लेकिन असी इस सीरीज़ के उत्ते 4 मैसेजेस देख चुके हैं कि असी क्रिसमस क्यों मनाउने आ, जिस दे विच असी ये देखा सगा कि करता पुरख जिहड़ा आ वो खुद क्रिएशन बन के साडे कोल आया। ये कोई छोटा दिन नहीं। प्रभु का शुक्र है सारे फकीरां दे लई, संतां दे लई, गुरुआं दे लई, ईसाइयां दे लई, जो कुछ भी प्रभु ने सानू बख्शिया, नबियां दे लई। पर इस दिन कोई नबी नहीं आया, कोई गुरु नहीं आया। इस दिन करता पुरख खुद क्रिएशन बन के, क्रिएटर खुद क्रिएशन बन के साडे विच आया। और जिसलिए असी इसका दूसरा मैसेज देखा सगा तो उस दे विच असी देखा सी कि किस तरह गिफ्ट ऑफ सैल्वेशन सानू प्रभु दे मुक्ति का दान सानू देण दे लई प्रभु यीशु मसीह इस धरती दे उत्ते आया। तीसरे मैसेज दे विच असी ये देखा सगा कि किस तरह असी अज प्रभु दे विच जिउंदे हां, ਉਹਦੀ ਜ਼ਿੰਦਗੀ ਦਿੱਤੀ ਹੋਈ ਜਿਉਂਦੇ। ਉਸਨੇ ਸਾਨੂੰ ਕੁਛ ਦਿੱਤਾ, ਕੋਈ ਵਾਅਦਾ ਨਹੀਂ ਦਿੱਤਾ, ਪਰ ਅਸਲ ਦੇ ਵਿੱਚ ਕੁਛ ਦਿੱਤਾ। We got something from him। ਜਿਸ ਤਰ੍ਹਾਂ ਕਿ ਵਚਨ ਦੇ ਵਿੱਚ ਲਿਖਿਆ ਗਿਆ ਕਿ ਬਹੁਤੇ ਆਉਣ ਦਾ ਉਸਨੇ ਸਾਨੂੰ ਬਿਆਨਾ ਦਿੱਤਾ। ਅਗਰ ਕੋਈ ਤੁਹਾਡੇ ਘਰ ਆ ਕੇ ਕਹਿ ਦੇਵੇ ਤੁਸੀਂ ਘਰ ਸੇਲ ਤੇ ਲਾਇਆ ਤੇ ਕੋਈ ਆ ਕੇ ਕਹਿ ਦੇਵੇ ਮੈਂ ਤੇਰਾ ਘਰ ਬਾਏ ਕਰ ਲਿਆ ਔਰ ਚੱਲ ਜਾਵੇ, ਪਰ ਤੁਹਾਡੇ ਕੋਲ ਕੁਛ ਨਾ ਹੋਵੇ, ਇੱਥੇ ਤੱਕ ਕਿ ਤੁਹਾਨੂੰ ਬੰਦੇ ਦਾ ਨਾਂ ਵੀ ਨਾ ਪਤਾ ਹੋਵੇ, ਤੇ ਘਰ ਬਾਏ ਹੋ ਗਿਆ, ਤੁਸੀਂ ਖੁਸ਼ੀਆਂ ਮਨਾਉਣ ਲੱਗ ਪਓ ਸਾਡਾ ਘਰ ਵਿਕ ਗਿਆ। ਨੋ। ਪਰ ਅਗਰ ਕੋਈ ਬੰਦਾ ਆ ਕੇ ਤੁਹਾਨੂੰ ਕੁਛ ਦੇ ਜਾਵੇ, ਤੁਹਾਡੇ ਹੱਥ ਦੇ ਵਿੱਚ ਕੁਛ ਫੜਾ ਜਾਵੇ, ਕੁਛ ਰਕਮ ਫੜਾ ਜਾਵੇ, ਕੋਈ ਚੈੱਕ ਫੜਾ ਜਾਵੇ, ਤਾਂ ਫੇਰ ਕਹੇ ਕਿ ਤੇਰੀ ਚੀਜ਼ ਵਿਕ ਗਈ, ਇਹ ਮੇਰੀ ਹੋ ਗਈ, ਉਹ ਬਿਆਨਾ ਦੇ ਜਾਵੇ, ਦੈਨ ਇਟ ਇਜ਼ ਸੋਲਡ। ਮੇਰੀ ਗੱਲ ਸਹੀ ਹੈ ਕਿ ਨਹੀਂ? ਪ੍ਰਭੂ ਯਿਸੂ ਮਸੀਹ ਨੇ ਜਿਸ ਵੇਲੇ ਕਿਹਾ ਕਿ ਮੈਂ ਤੁਹਾਨੂੰ ਸਦਾ ਦੀ ਜ਼ਿੰਦਗੀ ਦਿੱਤੀ, ਤਾਂ ਉਸਨੇ ਆਪਣੀ ਪਵਿੱਤਰ ਆਤਮਾ ਸਾਨੂੰ ਦਿੱਤੀ ਬਿਆਨੇ ਦੇ ਰੂਪ ਦੇ ਵਿੱਚ। ਬਿਆਨੇ ਦੇ ਰੂਪ ਦੇ ਵਿੱਚ, ਉਹ ਬਿਆਨੇ ਦੇ ਰੂਪ ਦੇ ਵਿੱਚ ਜੋ ਕੁਝ ਸਾਨੂੰ ਉਹ ਦੇ ਕੇ ਗਿਆ, ਉੱਥੋਂ ਪਤਾ ਲੱਗਦਾ ਕਿ ਉਸਨੇ ਸਾਨੂੰ ਸਦਾ ਦੀ ਜ਼ਿੰਦਗੀ ਦਿੱਤੀ ਆ। ਪ੍ਰਭੂ ਦਾ ਸ਼ੁਕਰ ਆ। ਔਰ ਫਿਰ ਅਸੀਂ ਕ੍ਰਿਸਮਸ ਇਸ ਕਰਕੇ ਮਨਾਉਂਦੇ ਆ ਕਿ ਪ੍ਰਭੂ ਯਿਸੂ ਮਸੀਹ ਜੇ ਆਇਆ ਤਾਂ ਉਹ ਕੋਈ ਗੋਰਿਆਂ ਦਾ ਗੁਰੂ ਨਹੀਂ ਸੀਗਾ। ਔਰ ਅੱਜ ਕੱਲ੍ਹ ਗੋਰੇ ਖੁਦ ਮੰਨਦੇ ਆ ਕਿ ਉਹ ਉਸ ਦਾ ਰੰਗ ਵੀ ਤੁਹਾਡੇ ਵਰਗਾ ਸੀਗਾ ਔਰ ਉਹ ਤੁਹਾਡੀ ਧਰਤੀ ਤੋਂ ਆਇਆ ਸੀ। ਉਹ ਸਾਡਾ ਯਿਸੂ ਸਾਡਾ ਆ। ਫਿਰ ਕਿਉਂਕਿ ਆਪਣਿਆਂ ਨੇ ਉਸ ਨੂੰ ਕਬੂਲ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਪ੍ਰਭੂ ਦਾ ਸ਼ੁਕਰ ਆ ਕਿ ਉਹ ਦਰਵਾਜ਼ਾ ਸਾਡੇ ਲਈ ਅੱਜ ਵੀ ਖੁੱਲ੍ਹਾ। ਅਗਰ ਤੁਸੀਂ ਪਿਛਲੇ ਸਰਮਨ ਦੀ ਆਊਟਲਾਈਨ ਲੈਣੀ ਹੋਵੇ ਤਾਂ ਇਹ ਪਿਛਲੇ ਚਾਰੇ ਹੀ ਜਿਹੜੇ ਹੈਂਡ ਆਊਟਸ ਆ ਪਿੱਛੇ ਤਿਆਰ ਕੀਤੀਆਂ ਪਈਆਂ, ਪਿੱਛੋਂ ਤੁਸੀਂ ਲੈ ਕੇ ਜਾ ਸਕਦੇ ਆ। ਇਸ ਹਫਤੇ ਦੇ ਮੈਸੇਜ ਦੀ ਮੈਂ ਹੈਂਡ ਆਊਟ ਤਿਆਰ ਨਹੀਂ ਕਰ ਸਕਿਆ, ਲੇਕਿਨ ਅਗਰ ਪ੍ਰਭੂ ਨੇ ਚਾਹਿਆ ਤਾਂ ਅਗਲੇ ਹਫਤੇ ਤਾਈਂ ਮੈਂ ਤੁਹਾਨੂੰ ਇਹ ਵੀ ਜੋ ਹਿੱਸੇ ਆ ਜ਼ਰੂਰ ਦੇ ਦੂੰਗਾ। ਅੱਜ ਅਸੀਂ ਆਪਣੀਆਂ ਬਾਈਬਲਾਂ ਦੇ ਵਿੱਚ ਅਗਰ ਤੁਸੀਂ ਚਾਹੋ ਤਾਂ ਨਿਸ਼ਾਨ ਲਾ ਸਕਦੇ ਹਾਂ। ਇਹ ਜੋ ਹਿੱਸੇ ਮੈਂ ਆਪਾਂ ਦੇਖਣ ਜਾ ਰਹੇ ਹਾਂ ਇਹ ਬੜੇ ਅਜੀਬ ਹਿੱਸੇ ਆ। ਇਹ ਸਾਰੇ ਦੇ ਸਾਰੇ ਪ੍ਰਭੂ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲਿਓ ਆ। ਜਿਸ ਵੇਲੇ ਵੀ ਇਸ ਧਰਤੀ ਦੇ ਉੱਤੇ ਭਲੇ ਲੋਕ ਆਏ ਆ, ਜਿਸ ਵੇਲੇ ਵੀ ਤੁਸੀਂ ਸਾਨੂੰ ਜਿੰਨੇ ਵੀ ਗ੍ਰੰਥ ਬਖਸ਼ੇ ਗਏ ਆ, ਜਿੰਨੀਆਂ ਵੀ ਗਾਥਾਵਾਂ ਬਖਸ਼ੀਆਂ ਗਈਆਂ, ਜਿੰਨੀਆਂ ਵੀ ਕਥਾਵਾਂ ਬਖਸ਼ੀਆਂ ਗਈਆਂ, ਜਿਸ ਵੇਲੇ ਤੁਸੀਂ ਉਹਨਾਂ ਨੂੰ ਪੜ੍ਹਦੇ ਆ ਤਾਂ ਉਹਨਾਂ ਦੇ ਵਿੱਚ ਹਮੇਸ਼ਾ ਇੱਕ ਸਵਾਲ ਜ਼ਰੂਰ ਉਠਾਲਿਆ ਗਿਆ ਕਿ ਤੂੰ ਕਿਉਂ ਆਇਆ? ਤੂੰ ਕਿਉਂ ਆਇਆ? ਤੇਰੇ ਆਉਣ ਦਾ ਕਾਰਨ ਕੀ ਆ? ਤਾਂ ਉਹਨਾਂ ਨੇ ਉਸ ਚੀਜ਼ ਦਾ ਜਵਾਬ ਦਿੱਤਾ।
ਲੋਕਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੇਰਾ ਦਰਜਾ ਕੀ ਆ। ਉਹਨਾਂ ਨੇ ਉਸ ਦਰਜੇ ਦਾ ਜਵਾਬ ਦਿੱਤਾ ਕਿ ਉਹ ਦਰਜਾ, ਮੇਰਾ ਦਰਜਾ ਕੀ ਆ, ਜੋ ਅਸੀਂ ਕ੍ਰਿਸਮਸ ਵਾਲੇ ਦਿਨ ਦੇਖਾਂਗੇ। 25 ਤਰੀਕ ਨੂੰ ਪ੍ਰਭੂ ਦਾ ਸ਼ੁਕਰ ਆ ਕਿ ਅਸੀਂ ਪ੍ਰਭੂ ਦਾ ਵਚਨ ਪ੍ਰਭੂ ਦੇ ਬੰਦੇ ਦੇ ਕੋਲੋਂ ਵੀ ਸੁਣਾਂਗੇ, ਕੈਪ ਦੇ ਕੋਲੋਂ ਸੁਣਾਂਗੇ। ਲੇਕਿਨ ਜਿਹੜਾ ਥੋੜ੍ਹਾ ਜਿਹਾ ਸਮਾਂ ਖੁਦਾਵੰਦ ਮੈਨੂੰ ਦੇਗਾ, ਮੈਂ ਉਸ ਦੇ ਵਿੱਚ ਸ਼ੇਅਰ ਕਰੂੰਗਾ ਜੋ ਪ੍ਰਭੂ ਯਿਸੂ ਮਸੀਹ ਨੇ ਆਪਣੇ ਲਈ ਕਿਹਾ, ਮੈਂ ਕੌਣ ਹਾਂ। Who am I? The I ams of Jesus Christ. ਮੈਂ ਕੌਣ ਹਾਂ, ਮੈਂ ਕਿਉਂ ਆਇਆ। ਲੇਕਿਨ ਅੱਜ ਦਾ ਦਿਨ ਅਸੀਂ ਇਹ ਦੇਖਾਂਗੇ ਜਿਸ ਲਈ ਯਿਸੂ ਨੂੰ ਪੁੱਛਿਆ ਗਿਆ ਕਿ ਤੂੰ ਇਸ ਧਰਤੀ ਤੇ ਆਇਆ ਕਿਉਂ ਆ, ਤੇਰੇ ਆਉਣ ਦਾ ਕਾਰਨ ਕੀ ਆ। ਤੇ 4 ਗੋਸਪਲਸ ਦੇ ਵਿੱਚ ਅਸੀਂ 5 ਥਾਂ, ਅਬਾਊਟ 20 ਜਗ੍ਹਾਵਾਂ ਆ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਉਣ ਦਾ ਕਾਰਨ ਦੱਸਿਆ, ਜਿਹਨਾਂ ਵਿੱਚੋਂ ਸਿਰਫ ਮੈਂ 5 ਚੁਣੀਆਂ ਕਿ ਮੈਂ ਕਿਉਂ ਆਇਆ। ਮੈਂ ਕਿਉਂ ਆਇਆ। ਜਦ ਇਹ ਸਵਾਲ ਪਹਿਲਾਂ ਪੁੱਛੇ ਗਏ, ਪਹਿਲੇ ਆਉਣ ਵਾਲਿਆਂ ਨੂੰ ਪੁੱਛੇ ਗਏ, ਤਾਂ ਕਿਸੇ ਨੇ ਕਿਹਾ ਮੈਂ ਧਰਮ ਨੂੰ ਬਚਾਉਣ ਆਇਆ ਔਰ ਪਾਪੀ ਨੂੰ ਸਜ਼ਾ ਦੇਣ ਆਇਆ। ਮੈਂ ਧਰਮੀ ਨੂੰ ਬਚਾਉਣ ਆਇਆ ਔਰ ਪਾਪੀ ਨੂੰ ਸਜ਼ਾ ਦੇਣ ਆਇਆ। ਕਿਸੇ ਨੇ ਦੇਖਿਆ ਕਿ ਮੈਂ ਜਗਤ ਦੇ ਸਿਰਫ ਤਮਾਸ਼ਾ ਦੇਖਣ ਆਇਆ ਕਿ ਕੀ ਹੋ ਰਿਹਾ। ਮੈਂ ਉਸ ਦਾ ਦਾਸ ਹਾਂ, ਮੈਂ ਇਸ ਜਗਤ ਦਾ ਸਿਰਫ ਤਮਾਸ਼ਾ ਦੇਖਣ ਆਇਆ। ਇੱਥੇ ਹੋ ਕੀ ਰਿਹਾ। ਕਿਸੇ ਨੇ ਕਿਹਾ ਜੋ ਬਾਣੀ ਮੈਨੂੰ ਪ੍ਰਭੂ ਨੇ ਦਿੱਤੀ ਉਹ ਮੈਂ ਬਾਣੀ ਤੁਹਾਡੇ ਤਾਈਂ ਪਹੁੰਚਾਉਣ ਆਇਆ। ਮੈਂ ਤਾਂ ਉਸ ਦਾ ਡਾਕੀਆ ਆਇਆ, ਮੈਂ ਤਾਂ ਆਹ ਕੰਮ ਬਸ ਕਰਨ ਆਇਆ। ਕਿਸੇ ਨੇ ਕਿਹਾ ਕਿ ਜੋ ਕੰਮ ਮੇਰੇ ਉਸਨੇ ਸਪੁਰਦ ਕੀਤਾ ਉਹ ਇਹ ਆ ਕਿ ਮੈਂ ਆਉਣ ਵਾਲੇ ਸਮੇਂ 'ਚ ਜੋ ਹੋਣ ਵਾਲਾ ਤੁਹਾਨੂੰ ਉਹ ਦੱਸਣ ਆਇਆ। ਮੈਂ ਅਗੰਮੀ ਵਾਕ ਲੈ ਕੇ ਤੁਹਾਡੇ ਕੋਲ ਆਇਆ। ਔਰ ਪ੍ਰਭੂ ਦਾ ਸ਼ੁਕਰ ਆ ਕਿ ਬਾਈਬਲ ਜੋ ਸਾਡੇ ਕੋਲ ਭਰੀ ਪਈ ਆ, ਇਹ ਅਗੰਮੀ ਵਾਕ ਦੇ ਨਾਲ ਭਰੀ ਪਈ ਆ। ਅਗਰ ਬਾਈਬਲ ਦੇ ਵਿੱਚ ਸਾਡੇ ਕੋਲ ਅਗੰਮੀ ਵਾਕ ਨਾ ਹੋਵੇ ਤਾਂ ਬਾਈਬਲ ਦੇ ਵਿੱਚੋਂ ਸਾਰੀ ਹੋਪ, ਸਾਰੀ ਉਮੀਦ ਖਤਮ ਹੋ ਜਾਂਦੀ ਆ, ਜਿਸ ਤੇ ਅਸੀਂ ਫਿਰ ਬਚਨ ਦੇ ਹਿੱਸਿਆਂ ਦੇ ਵਿੱਚੋਂ ਦੇਖਾਂਗੇ। ਸੋ ਵੱਖ-ਵੱਖ ਇਨਸਾਨ ਵੱਖ-ਵੱਖ ਕਾਰਨਾਂ ਨੂੰ ਲੈ ਕੇ ਇਸ ਧਰਤੀ ਦੇ ਉੱਤੇ ਆਏ। ਸੋ ਅਸੀਂ ਉਹਨਾਂ ਨੂੰ ਵੱਖ-ਵੱਖ ਨਾਮ ਦਿੱਤੇ। ਉਹਨਾਂ ਦੇ ਕੰਮਾਂ ਦੇ ਅਨੁਸਾਰ ਅਸੀਂ ਉਹਨਾਂ ਨੂੰ ਗੁਰੂ ਕਿਹਾ, ਅਸੀਂ ਉਹਨਾਂ ਨੂੰ ਸਾਈਂ ਕਿਹਾ, ਅਸੀਂ ਉਹਨਾਂ ਨੂੰ ਫਕੀਰ ਕਿਹਾ, ਅਸੀਂ ਉਹਨਾਂ ਨੂੰ ਨਬੀ ਕਿਹਾ। ਪਰ ਜਿਸ ਲਈ ਪ੍ਰਭੂ ਯਿਸੂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੂੰ ਕਿਉਂ ਆਇਆ, ਔਰ ਜਿਸ ਲਈ ਉਸਨੇ ਦੱਸਿਆ ਮੈਂ ਕਿਉਂ ਆਇਆ, ਤਾਂ ਜਿਸ ਵੇਲੇ ਉਸ ਦੇ ਦੱਸਣ ਦੇ ਕਾਰਨਾਂ ਦੇ ਉੱਤੇ ਮੈਂ ਆਪਣਾ ਧਿਆਨ ਦਿੰਦਾ ਤਾਂ ਕ੍ਰਿਸਮਸ ਮਨਾਉਣ ਨੂੰ ਮੇਰਾ ਆਪਣੇ ਆਪ ਜੀ ਕਰਦਾ ਕਿ ਇਹ ਦਿਨ ਵਾਕਈ ਮਨਾਉਣ ਦੇ ਯੋਗ ਆ। ਇਹ ਵਾਕਈ ਦਿਨ ਮਨਾਉਣ ਦੇ ਯੋਗ ਆ। ਮੇਰੇ ਨਾਲ ਤੁਸੀਂ ਮੱਤੀ ਦਾ 5ਵਾਂ ਭਾਵ ਕੱਢੋ ਔਰ ਇਹ ਪਹਿਲਾ ਯਿਸੂ ਮਸੀਹ ਦੇ ਬਹੁਤਿਆਂ ਕਾਰਨਾਂ ਦੇ ਵਿੱਚੋਂ ਪਹਿਲਾ ਕਾਰਨ ਸਾਨੂੰ ਦੱਸਿਆ ਕਿ ਉਹ ਕਿਉਂ ਆਇਆ। ਮੱਤੀ ਦਾ ਜਿਸ ਵੇਲੇ 5ਵੇਂ ਭਾਵ ਦੇ ਵਿੱਚ ਆਉਂਦੇ ਆ ਤੇ ਜਿਸ ਵੇਲੇ ਪ੍ਰਭੂ ਨੇ ਸਭ ਤੋਂ ਪਹਿਲਾਂ ਮੂਸਾ ਨੂੰ ਨੇਮ ਦਿੱਤਾ ਸੀ ਤਾਂ ਉਸਨੇ ਕੀ ਕੀਤਾ। ਉਸਨੇ ਮੂਸਾ ਨੂੰ ਕਿਹਾ ਤੂੰ, ਮੈਂ ਪਹਾੜ ਦੇ ਉੱਤੇ ਆ, ਤੂੰ ਮੇਰੇ ਕੋਲ ਉੱਤੇ ਕੱਲਾ ਆ, ਤੂੰ ਮੇਰੇ ਕੋਲ ਕੱਲਾ ਆ ਤੇ ਮੈਂ ਤੈਨੂੰ ਦੱਸੂਗਾ, ਮੈਂ ਤੈਨੂੰ ਨੇਮ ਦਊਂਗਾ ਤੇ ਤੂੰ ਜਾ ਕੇ ਲੋਕਾਂ ਨੂੰ ਨੇਮ ਦਈ। ਉਹ ਉਸ ਨੇਮ ਨੂੰ ਫਿਰ ਸਵੀਕਾਰ ਕਰਨਗੇ ਤਾਂ ਮੇਰੇ ਪਿੱਛੇ ਚੱਲਣਗੇ, ਮੇਰੇ ਲੋਕ ਹੋਣਗੇ, ਬਰਕਤ ਪਾਉਣਗੇ, ਧਰਤੀ ਤੇ ਬਰਕਤ ਪਾਉਣਗੇ। ਉਹਨਾਂ ਦਾ ਰਿਸ਼ਤਾ ਮੇਰੇ ਨਾਲ ਸਹੀ ਰਹੂਗਾ, ਉਹਨਾਂ ਦਾ ਰਿਸ਼ਤਾ ਭਰਾ ਦੇ ਨਾਲ ਸਹੀ ਰਹੂਗਾ। ਉਸ ਦੇ ਵਿੱਚ ਉਹ ਕੋਈ ਵੀ ਨੇਮ ਨਹੀਂ ਰੱਖ ਸਕੇ, ਕੋਈ ਨਹੀਂ ਨੇਮ ਰੱਖ ਸਕੇ। 5ਵਾਂ ਭਾਵ ਪਿਛਲੇ ਪਾਸਿਓਂ 7ਵਾਂ ਔਰ 8ਵਾਂ ਪੰਨਾ ਅਸੀਂ ਦੇਖਾਂਗੇ।
ਪਰ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਨੇਮ ਦਿੱਤਾ, ਵੈਨ ਹੀ ਗੇਵ ਹਿਜ਼ ਓਨ ਲਾ, ਹੀ ਟੁਕ all the people to the mount, and we call it sermon on the mount. ਪ੍ਰਭੂ ਨੇ ਇਕੱਲੇ ਮੂਸਾ ਨੂੰ ਸੱਦਿਆ, ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਹੀ ਲੈ ਗਏ ਉੱਤੇ। ਔਰ ਜਿੱਦਾਂ ਮੂਸਾ ਪਹਾੜੀ ਤੇ ਪ੍ਰਭੂ ਦੀ ਗੱਲ ਸੁਣਦਾ ਪਿਆ ਔਰ ਪਹਾੜੀ ਤੋਂ ਪ੍ਰਭੂ ਮੂਸਾ ਨੂੰ ਦੱਸਦਾ ਪਿਆ, ਇਸੇ ਤਰ੍ਹਾਂ ਪ੍ਰਭੂ ਪਹਾੜੀ ਤੇ ਉੱਤੇ ਬੈਠ ਕੇ ਸਾਰੇ ਲੋਕਾਂ ਨੂੰ ਦੱਸਦੇ ਪਏ ਆ, ਜਿਸ ਲਈ ਪ੍ਰਭੂ ਨੇ ਆਪਣਾ ਲਾ ਦਿੱਤਾ। ਜਿਹੜਾ ਮੂਸਾ ਨੂੰ ਲਾ ਦਿੱਤਾ ਸੀਗਾ, ਉਹ ਇਨਸਾਨ ਨੂੰ ਪਵਿੱਤਰ ਨਹੀਂ ਕਰਦਾ ਸੀ, ਬਲਕਿ ਉਹ ਇਨਸਾਨ ਦਾ ਪਾਪ ਦਿਖਾਉਂਦਾ ਸੀ ਕਿ ਤੂੰ ਕਿੰਨਾ ਪਾਪੀ ਆ। ਜਿਸ ਵੇਲੇ ਉਸਨੇ ਲਾ ਦੇ ਪਹਿਲੇ ਹਿੱਸੇ ਉਸਨੂੰ ਦਿੱਤੇ ਆ, ਤੇ ਉਸ ਦੇ ਵਿੱਚ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਿਸਲੇ ਦੇਖਦੇ ਹਾਂ, ਤੇ ਉਹ ਪ੍ਰਭੂ ਉਸਨੂੰ ਦੱਸਦਾ ਪਿਆ ਕਿ ਤੇਰੀ ਪੂਜਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਤੇਰੇ ਕੰਮ ਕਿੱਦਾਂ ਦੇ ਹੋਣੇ ਚਾਹੀਦੇ ਆ, ਤੇਰੇ ਮਨ ਦੇ ਵਿਚਾਰ ਕਿੱਦਾਂ ਦੇ ਹੋਣੇ ਚਾਹੀਦੇ ਆ। ਦੈਟਸ ਵਾਟ 10 ਦੇ 10 ਲਾ ਪੜ੍ਹ ਕੇ ਦੇਖ ਲਓ, ਦੈਟਸ ਵਾਟ ਇਟ ਇਜ਼। ਤੇਰੀ ਆਤਮਿਕ ਵਰਸ਼ਿਪ, ਤੇਰੀ ਆਤਮਿਕ ਪੂਜਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਤੂੰ ਹੋਰ ਦੇਵੀ ਦੇਵਤਿਆਂ ਦੇ ਸਾਹਮਣੇ ਨਾ ਮੰਨ, ਦੇਵੀ ਦੇਵਤੇ ਨਾ ਬਣਾ, ਨਾ ਘੜ, ਮੂਰਤਾਂ ਨਾ ਬਣਾ, ਮੂਰਤਾਂ ਨਾ ਘੜ, ਮੂਰਤਾਂ ਦੇ ਅੱਗੇ ਨਾ ਮੱਥਾ ਟੇਕ। ਸਾਰੀਆਂ ਚੀਜ਼ਾਂ ਇਹ ਪ੍ਰਭੂ ਦੱਸਦਾ ਪਿਆ। ਪਰਾਈ ਔਰਤ ਵੱਲ ਨਾ ਗੰਦਾ ਧਿਆਨ ਕਰ, ਪਰਾਈਆਂ ਚੀਜ਼ਾਂ ਦੇ ਵੱਲ ਨਾ ਕਰ, ਆਪਣੇ ਗੁਆਂਢੀ ਦੇ ਵੱਲ ਦੇਖ ਕੇ ਨਾ ਸੜ। ਸਾਡੇ ਮਨ ਦੇ ਨਾਲ ਗੱਲ ਕਰਦਾ ਪਿਆ। ਚੋਰੀ ਨਾ ਕਰ, ਕਤਲ ਨਾ ਕਰ, ਵਿਵਚਾਰ ਨਾ ਕਰ। ਕਿਹਦੇ ਨਾਲ ਗੱਲ ਕਰਦਾ ਪਿਆ? ਸਾਡੇ ਹੱਥਾਂ ਦੇ ਨਾਲ ਗੱਲ ਕਰਦਾ ਪਿਆ। ਪ੍ਰਭੂ ਯਿਸੂ ਮਸੀਹ ਨੇ ਇਸੇ ਹੀ ਤਰ੍ਹਾਂ ਇਸ 5ਵੇਂ ਚੈਪਟਰ 'ਚ, 6ਵੇਂ ਚੈਪਟਰ 'ਚ ਤੇ 7ਵੇਂ ਚੈਪਟਰ 'ਚ, 8ਵੇਂ ਚੈਪਟਰ 'ਚ ਇਹ ਸਾਰੀਆਂ ਗੱਲਾਂ ਸਾਨੂੰ ਦੱਸੀਆਂ। ਔਰ ਦੱਸਿਆ ਗਿਆ ਮੂਸਾ ਨੂੰ ਤਾਂ ਇਦਾਂ ਕਿਹਾ ਗਿਆ ਸੀਗਾ, ਪਰ ਮੈਂ ਤੁਹਾਨੂੰ ਕਹਿੰਦਾ, ਮੂਸਾ ਨੇ ਤਾਂ ਕਿਹਾ ਸੀ ਵਿਵਚਾਰ ਨਾ ਕਰੀ, ਮੈਂ ਤੈਨੂੰ ਕਹਿੰਦਾ ਤੂੰ ਉਹਨਾਂ ਅੱਖਾਂ ਦੇ ਨਾਲ ਦੇਖੀ ਵੀ ਨਾ। ਪਰ ਇਨਸਾਨ ਫਿਰ ਸੋਚਦਾ ਕਿ ਮੈਂ ਤਾਂ ਮੂਸਾ ਦਾ ਲਾ ਵੀ ਨਾ ਰੱਖ ਸਕਿਆ, ਇਹ ਕਿੱਦਾਂ ਰੱਖ ਸਕਦਾ? ਤੇ ਪ੍ਰਭੂ ਯਿਸੂ ਮਸੀਹ ਨੇ ਉੱਥੇ ਇੱਕ ਬੜੀ ਪਿਆਰੀ ਚੀਜ਼ ਕਹੀ। ਮੇਰੇ ਨਾਲ 17ਵੀਂ ਆਇਤ ਤੋਂ ਪੜ੍ਹੋ, 5ਵਾਂ ਭਾਵ 17ਵੀਂ ਆਇਤ, ਇੱਥੋਂ ਪੜ੍ਹੋ ਮੇਰੇ ਨਾਲ। ਇਹ ਨਾ ਸੋਚੋ ਕਿ ਮੈਂ ਨੇਮ ਸ਼ਾਸਤਰ ਅਤੇ ਨਬੀਆਂ ਦੀਆਂ ਸਿੱਖਿਆਵਾਂ ਨੂੰ ਖਤਮ ਕਰਨ ਦੇ ਲਈ ਆਇਆ ਹਾਂ। ਮੈਂ ਉਹਨਾਂ ਨੂੰ ਖਤਮ ਕਰਨ ਦੇ ਲਈ ਨਹੀਂ ਆਇਆ, ਸਗੋਂ ਪੂਰਾ ਕਰਨ ਦੇ ਲਈ ਆਇਆ। ਜਿਹੜੀਆਂ ਪਹਿਲੀਆਂ ਸਿੱਖਿਆਵਾਂ ਤੁਹਾਨੂੰ ਦਿੱਤੀਆਂ ਗਈਆਂ ਸੀ, ਉਹ ਇਸ ਕਰਕੇ ਦਿੱਤੀਆਂ ਗਈਆਂ ਸੀ ਕਿ ਕਰਕੇ ਦੇਖ ਲਓ, ਮੇਰੇ ਤੋਂ ਬਗੈਰ ਕਰਕੇ ਦੇਖ ਲਓ, ਤਾਂ ਕਿ ਤੁਹਾਡਿਆਂ ਦਿਲਾਂ 'ਚ ਸ਼ੱਕ ਨਾ ਰਹੇ ਕਿ ਜੋ ਇਹ ਸਿੱਖਿਆਵਾਂ ਸਾਨੂੰ ਦਿੱਤੀਆਂ ਗਈਆਂ ਜੀ, ਇੱਥੇ ਵੀ ਆਹ ਹੀ ਸਿੱਖਿਆਵਾਂ ਦਿੱਤੀਆਂ ਗਈਆਂ, ਇੱਥੇ ਵੀ ਆਹ ਹੀ ਸਿੱਖਿਆਵਾਂ ਦਿੱਤੀਆਂ ਗਈਆਂ, ਇਸ ਪੁਸਤਕ ਦੇ ਵਿੱਚ ਵੀ ਆਹ ਹੀ ਸਿੱਖਿਆਵਾਂ ਦਿੱਤੀਆਂ ਗਈਆਂ, ਇਸ ਧਰਮ ਦੇ ਵਿੱਚ ਗ੍ਰੰਥ ਵੀ ਸਿੱਖਿਆਵਾਂ ਦਿੱਤੀਆਂ ਗਈਆਂ, ਸਾਰੇ ਇੱਕ ਹੀ ਆ, ਸਾਰੇ ਇੱਕ ਆ। ਅਫਕੋਰਸ ਸਾਰੇ ਇੱਕ ਆ, ਕਿਉਂਕਿ ਨਾ ਅਸੀਂ ਇਹਦੀਆਂ ਮੰਨੀਆਂ, ਨਾ ਅਸੀਂ ਇਹਦੀਆਂ ਮੰਨੀਆਂ, ਨਾ ਅਸੀਂ ਇਹਦੀਆਂ ਮੰਨੀਆਂ, ਤੇ ਨਾ ਅਸੀਂ ਇਹਦੀਆਂ ਮੰਨੀਆਂ। ਨਾ ਅਸੀਂ ਆਹ ਪੂਰੀਆਂ ਕਰ ਸਕੇ, ਨਾ ਅਸੀਂ ਆਹ ਪੂਰੀਆਂ ਕਰ ਸਕੇ। ਉਸਨੇ ਕਿਹਾ ਤੁਹਾਡੇ ਕੋਲ ਕਿਸੇ ਦੇ ਕੋਲ ਪੂਰੀਆਂ ਨਹੀਂ ਹੋਣੀਆਂ, ਕਿਉਂਕਿ ਇਹਨਾਂ ਨੂੰ ਪੂਰੀਆਂ ਕਰਨ ਦੇ ਲਈ ਮੈਂ ਆਇਆ। ਮੈਂ ਤੁਹਾਡੇ ਅੰਦਰ ਹੋਊਂਗਾ, ਮੈਂ ਇਹਨਾਂ ਨੂੰ ਪੂਰੀਆਂ ਕਰੂੰਗਾ। ਮੇਰਾ ਆਤਮਾ ਤੁਹਾਡੇ ਅੰਦਰ ਹੋਏਗਾ, ਮੇਰਾ ਆਤਮਾ ਇਹਨਾਂ ਨੂੰ ਪੂਰੀਆਂ ਕਰੇਗਾ, ਕਿਉਂਕਿ ਤੁਸੀਂ ਨਹੀਂ ਕਰ ਸਕਦੇ। ਜਦ ਤੁਸੀਂ ਨਮਰ ਹੋ ਕੇ ਮੇਰੇ ਮੋਹਰੇ ਡਿੱਗ ਪਾਓਗੇ ਕਿ ਮੈਂ ਨਹੀਂ ਕਰ ਸਕਦਾ, ਪ੍ਰਭੂ ਮੈਂ ਨਹੀਂ ਕਰ ਸਕਦਾ,
ਤੇ ਫਿਰ ਇਸ ਚੀਜ਼ ਨੂੰ ਯਾਦ ਰੱਖਿਓ, ਮੈਂ ਕਿਸੇ ਵੀ ਸਿੱਖਿਆ ਨੂੰ ਖਤਮ ਕਰਨ ਨਹੀਂ ਆਇਆ, ਮੈਂ ਕਿਸੇ ਵੀ ਨੇਮ ਨੂੰ ਖਤਮ ਕਰਨ ਦੇ ਲਈ ਨਹੀਂ ਆਇਆ, ਪਰ ਪੂਰਾ ਕਰਨ ਦੇ ਲਈ ਆਇਆ, ਸੰਪੂਰਨ ਕਰਨ ਦੇ ਲਈ ਆਇਆ। ਜਿਸ ਵੇਲੇ ਅਸੀਂ ਅੱਗੇ ਦੇਖਦੇ ਹਾਂ ਤੇ ਦੂਸਰਾ ਹਿੱਸਾ ਜੋ ਅਸੀਂ ਪ੍ਰਭੂ ਯਿਸੂ ਮਸੀਹ ਦੇ ਮੈਂ ਹਾਂ ਦੇ ਵਿੱਚੋਂ ਦੇਖਾਂਗੇ, ਉਹ ਹੈ ਜਿਸਲੇ ਅਸੀਂ ਮਰਕਸ ਦੇ 10ਵੇਂ ਭਾਵ ਦੇ ਵਿੱਚ ਆ ਜਾਂਦੇ ਹਾਂ। ਜਿਸ ਵੇਲੇ ਵੀ ਕੋਈ ਗੱਦੀ ਜਾਂ ਕੋਈ ਵੀ ਜਗ੍ਹਾ ਮਾੜੀ ਮੋਟੀ ਚੱਲ ਪੈਂਦੀ ਆ ਤੇ ਠੀਕ ਉਸੇ ਸਮੇਂ ਚੇਲਿਆਂ ਦਾ ਆਪਸ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਕਿ ਗੁਰੂ ਤੋਂ ਬਾਅਦ ਅਗਲਾ ਗੁਰੂ ਕੌਣ ਬਣੇਗਾ, ਇਹ ਗੱਦੀ ਕਿਹਦੇ ਕੋਲ ਜਾਏਗੀ। ਔਰ ਪ੍ਰਭੂ ਯਿਸੂ ਮਸੀਹ ਦੇ ਚੇਲੇ ਵੀ ਕੋਈ ਵੱਖਰੇ ਨਹੀਂ ਸੀਗੇ, ਉਹ ਵੀ ਵਿਚਾਰੇ ਇਦਾਂ ਦੇ ਹੀ ਸੀਗੇ। ਅਜੀਬ ਚੀਜ਼ ਇਹ ਆ, ਇੱਥੇ ਤੁਸੀਂ ਇੱਥੇ ਅੱਗੇ ਹੀ ਆ ਜਾਓ, ਹੈਂ ਇੱਥੇ ਅੱਗੇ ਆ ਜਾਓ, ਫਿਰ ਬ੍ਰਦਰ ਤੁਹਾਨੂੰ ਨਾਲ ਤੁਹਾਡਾ ਖੋਲ੍ਹ ਹੀ ਜਾਣਗੇ ਤੁਹਾਡੇ ਲਈ। ਹਾਂ, ਅਗਰ ਮੱਤੀ ਦਾ 10ਵਾਂ ਭਾਵ ਨਵੀਆਂ ਬਾਈਬਲਾਂ 82 ਪੰਨਾ, ਮਾਫ਼ ਕਰਨਾ ਮੈਂ ਤੁਹਾਨੂੰ ਦੱਸਿਆ ਨਹੀਂ, ਹਾਂ 81 ਪੰਨੇ ਤੇ ਆ ਜਾਓ, ਕਿਉਂਕਿ ਅਸੀਂ ਇਸ ਦੀ 45ਵੀਂ ਆਇਤ ਜੋ ਦੇਖਾਂਗੇ, ਜੋ 82 ਪੰਨੇ ਤੇ ਆ। ਔਰ ਇਹੋ ਹੀ ਝਗੜਾ ਉਹਨਾਂ ਦਾ ਚੱਲਦਾ ਪਿਆ। ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਦੱਸਦੇ ਪਏ ਕਿ ਇਹਨਾਂ ਨੇ ਮੈਨੂੰ ਸਲੀਬੀ ਮੌਤ ਦੇਣੀ ਆ, ਮੈਂ ਮਾਰਿਆ ਜਾਣਾ, ਮੈਂ ਚੱਲ ਜਾਣਾ। ਔਰ ਚੇਲਿਆਂ ਨੂੰ ਪੈ ਗਿਆ ਕਿ ਇਸ ਤੋਂ ਬਾਅਦ ਗੱਦੀ ਤੇ ਕੌਣ ਬੈਠੇਗਾ। ਜਿਸ ਲਈ ਅਸੀਂ 35ਵੀਂ ਆਇਤ ਤੇ ਆਉਂਦੇ ਹਾਂ ਤੇ ਪ੍ਰਭੂ ਯਿਸੂ ਮਸੀਹ ਨੇ ਇਸ ਦਾ ਵੀ ਜਵਾਬ ਦਿੱਤਾ ਜੋ ਬਾਕੀ ਦੇ ਸਾਰਿਆਂ ਦੇ ਬਾਬਾਂ ਦੇ ਨਾਲੋਂ ਅਲੱਗ ਆ, ਜਿਹਦੇ ਵਿੱਚ ਇਹ ਨਹੀਂ ਕਿ ਗੁਰੂ ਨੇ ਆਹ ਚੇਲਾ ਟਿਕਿਆ ਜਾਂ ਗੁਰੂ ਨੇ ਨਬੀ ਨੇ ਆਹ ਸ਼ਾਗਿਰਦ ਆਪਣਾ ਬਣਾ ਲਿਆ ਜਾਂ ਸਾਈਂ ਨੇ ਇਹਨੂੰ ਬਰਕਤ ਦੇ ਦਿੱਤੀ ਕਿ ਤੂੰ ਮੇਰਾ ਹੋਏਗਾ, ਇਹ ਗੱਦੀ ਤੂੰ ਸਾਂਭੇਗਾ। ਤੁਹਾਨੂੰ ਪਤਾ ਕਿਸੇ ਇੱਕ ਨੂੰ ਯਿਸੂ ਮਸੀਹ ਗੱਦੀ ਨਹੀਂ ਦੇ ਕੇ ਗਏ। ਪੋਪ ਕੋਈ ਯਿਸੂ ਮਸੀਹ ਦੀ ਗੱਦੀ ਤੇ ਨਹੀਂ ਬੈਠਾ, ਉਹ ਸਾਡਾ ਹੀ ਬਣਾਇਆ ਆ, ਕਿਉਂਕਿ ਇਨਸਾਨ ਦੀ ਖਾਜ ਨਹੀਂ ਓਨੀ ਦੇਰ ਤੱਕ ਹਟਦੀ ਜਿੰਨੀ ਦੇਰ ਤੱਕ ਉਹ ਪੁੱਠਾ ਕੰਮ ਨਾ ਕਰ ਲਏ। ਪ੍ਰਭੂ ਯਿਸੂ ਮਸੀਹ ਦੇ ਵਿੱਚ, ਮੇਰੇ ਵਿੱਚ ਔਰ ਤੁਹਾਡੇ ਵਿੱਚ ਕੋਈ ਫਰਕ ਨਹੀਂਗਾ। ਸਿਰਫ ਇਹਦਾ ਫਰਕ ਆ, ਪਵਿੱਤਰ ਆਹ ਆ, ਮੈਂ ਨਹੀਂ। ਇਹਦੇ ਪਿੱਛੇ ਵੱਖਰੇ ਵੱਖਰੇ ਸਪੀਕਰ ਆਉਂਦੇ ਆ, ਪਰ ਆਵਾਜ਼ ਇਹਦੀ ਆ। ਇਸ ਪੁਲਪਟ ਦੀ ਆਵਾਜ਼ ਆ, ਇਸ ਬੇਦੀ ਦੀ ਆਵਾਜ਼ ਆ ਜਿਹੜੀ ਪ੍ਰਭੂ ਨੇ ਸਾਨੂੰ ਬਖਸ਼ੀ ਹੋਆ। ਇਹ ਜੋ ICCF ਦੀ ਬੇਦੀ ਆ, ਇਹਦੇ ਪਿੱਛੇ ਬ੍ਰਦਰ ਮਲਕੀਤ ਆ ਕੇ ਪ੍ਰਭੂ ਦਾ ਵਚਨ ਸੁਣਾਉਂਦੇ ਆ ਤੇ ਸਪੀਕਰ ਉਹ ਆ, ਬੇਦੀ ਪ੍ਰਭੂ ਦੀ ਆ। ਇਹਦੇ ਪਿੱਛੇ ਜਦ ਮੈਂ ਖੜਾ ਹੁੰਨਾ ਤੇ ਸਪੀਕਰ ਮੈਂ ਆ, ਪਰ ਬੇਦੀ ਯਿਸੂ ਦੀ ਆ। ਇਹ 'ਚ ਕਿਸੇ ਦਾ ਇਹਦੇ ਵਿੱਚ ਕੋਈ ਗੁਰਿਆਈ ਨਹੀਂ ਔਰ ਇਹਦੇ 'ਚ ਕੋਈ ਚਲਾਈ ਨਹੀਂ, ਇਹ 'ਚ ਕੋਈ ਚੇਲਾ ਨਹੀਂ, ਕੋਈ ਗੁਰੂ ਨਹੀਂ, ਉਹ ਕਿਸੇ ਨੂੰ ਚੇਲੇ ਨਹੀਂ ਥਾਪ ਕੇ ਗਏ। ਇਹ ਸਾਰੀਆਂ ਚੀਜ਼ਾਂ ਅਸੀਂ ਬਾਅਦ ਦੇ ਵਿੱਚ ਆਪੇ ਬਣਾ ਲਈਆਂ ਔਰ ਸਾਡੀ ਮੂਰਖਤਾ ਆ। ਅਸੀਂ ਪ੍ਰਭੂ ਦੀ ਪਵਿੱਤਰਤਾ ਨੂੰ ਭੰਗ ਕੀਤਾ ਇਹ ਕਰਕੇ। ਔਰ ਚੇਲੇ ਲੜਦੇ ਪਏ ਆ, ਝਗੜਦੇ ਪਏ। ਉਹਨਾਂ ਦਾ ਝਗੜਾ ਉਸ ਲਈ ਸ਼ੁਰੂ ਹੋ ਗਿਆ, ਕਹਿੰਦਾ ਜਬਦੀ ਦੇ ਪੁੱਤਰ ਯਹੂਨਾ ਅਤੇ ਯਾਕੂਬ ਅਤੇ ਯਿਸੂ ਦੇ ਕੋਲ ਆਏ, ਬੋਲੇ ਗੁਰੂ ਜੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਜੋ ਕੁਝ ਤੁਹਾਡੇ ਤੋਂ ਇਸ ਵੇਲੇ ਮੰਗੀਏ ਤੁਸੀਂ ਸਾਡੇ ਲਈ ਕਰੋ। ਯਿਸੂ ਨੇ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕੀ ਕਰਾਂ? ਉਹਨਾਂ ਨੇ ਉੱਤਰ ਦਿੱਤਾ ਕਿ ਸਾਨੂੰ ਆਪਣੇ ਰਾਜ ਦੀ ਮਹਿਮਾ ਦੇ ਸਮੇਂ ਦੇ ਵਿੱਚ ਇੱਕ ਨੂੰ ਆਪਣੇ ਸੱਜੇ ਤੇ ਦੂਜੇ ਨੂੰ ਖੱਬੇ ਬੈਠਣ ਦਾ ਅਧਿਕਾਰ ਦਿਓ। ਯਿਸੂ ਨੇ ਕਿਹਾ ਤੁਸੀਂ ਜਾਣਦੇ ਨਹੀਂ ਹੋ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣ ਵਾਲਾ ਹਾਂ,
ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣ ਵਾਲਾ ਹਾਂ? ਉਹਨਾਂ ਨੇ ਦੋਹਾਂ ਨੇ ਉੱਤਰ ਦਿੱਤਾ, ਅਸੀਂ ਕਰ ਸਕਦੇ ਹਾਂ। Did you see that? ਉਹ ਇਨਸਾਨ ਦੀ ਮੂਰਖਤਾ। ਤੂੰ ਗੱਦੀ ਮੇਰੇ ਵੱਲ ਨੂੰ ਕਰ, ਜੋ ਕਹੇਗਾ ਕਰ ਲਊਂਗਾ। ਮੁਸੀਬਤ ਤਾਂ ਇਹ ਆ, ਤੂੰ ਗੱਦੀ ਮੈਨੂੰ ਦੇ, ਤੂੰ ਜੋ ਕਹੇਗਾ ਉਹ ਕਰ ਲਏਗਾ। ਪਰ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿਹੜਾ ਬਪਤਿਸਮਾ ਮੈਂ ਲੈ ਰਿਹਾ ਹਾਂ ਤੁਸੀਂ ਵੀ ਲਵੋਗੇ, ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ। ਇਹ ਥਾਵਾਂ ਉਹਨਾਂ ਲਈ ਹਨ ਜਿਨ੍ਹਾਂ ਦੇ ਲਈ ਤਿਆਰ ਕੀਤੀਆਂ ਗਈਆਂ ਹਨ। ਜਦੋਂ ਬਾਕੀ 10 ਨੇ ਇਹ ਸੁਣਿਆ ਤਾਂ ਉਹ ਯਹੂਨਾ ਅਤੇ ਯਕੂਬ ਦੇ ਨਾਲ ਬਹੁਤ ਗੁੱਸੇ ਹੋਏ। ਕਹਿਣ ਦਾ ਮਤਲਬ ਕੀ ਕਿ ਉਹਨਾਂ ਦੇ ਵਿੱਚ ਕਾਫੀ ਝਗੜਾ ਹੋਇਆ। ਇਹ ਨਿੱਕੀ ਜਿਹੀ ਆਇਤ ਆ ਜਿਹੜਾ ਮੀਨਿੰਗ ਆ, ਦੇ ਫਾਟ ਲਾਈਕ ਅ ਕੈਟ ਐਂਡ ਡੌਗਸ। ਉਹ ਇੱਕ ਦੂਜੇ ਦੇ ਨਾਲ ਚੰਗੇ ਲੜੇ। ਉਸ ਤੋਂ ਬਾਅਦ ਔਰ ਦੇਖੋ ਅੱਗੇ ਕੀ ਹੋਇਆ ਕਿ ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, ਤੁਸੀਂ ਜਾਣਦੇ ਹੋ ਕਿ ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਹਾਕਮ ਸਮਝਦੇ ਹਨ ਅਤੇ ਉਹਨਾਂ 'ਤੇ ਹੁਕਮ ਚਲਾਉਂਦੇ ਹਨ, ਉਹਨਾਂ ਦੇ ਨੇਤਾ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ। ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਜ਼ਰੂਰ ਹੈ ਕਿ ਦੂਜਿਆਂ ਦਾ ਸੇਵਾਦਾਰ ਬਣੇ, ਅਤੇ ਜੇਕਰ ਕੋਈ ਤੁਹਾਡੇ ਵਿੱਚੋਂ ਨੇਤਾ ਬਣਨਾ ਚਾਹੇ ਤਾਂ ਸਾਰਿਆਂ ਦਾ ਦਾਸ ਬਣੇ। ਹੁਣ ਦੇਖੋ ਜੋ ਯਿਸੂ ਨੇ ਆਪਣੇ ਲਈ ਕਿਹਾ ਬੜੇ ਧਿਆਨ ਦੇ ਨਾਲ, ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ, ਉਹ ਸੇਵਾ ਕਰਨ ਅਤੇ ਬਹੁਤਿਆਂ ਲੋਕਾਂ ਦੇ ਲਈ ਮੁਕਤੀ ਦਾ ਮੁੱਲ ਅਤੇ ਮੁਕਤੀ ਦੇ ਮੁੱਲ ਲਈ ਆਪਣੀ ਜਾਨ ਦੇਣ ਆਇਆ ਹੈ। ਕਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਬਾਕੀਆਂ ਦੇ ਬਰਾਬਰ ਆ? ਮੁਕਤੀ ਦਾ ਮੁੱਲ ਦੇਣ ਦੇ ਲਈ ਇਹੋ ਹੀ ਉਸ ਦੀ ਸੇਵਾ। ਯਿਸੂ ਨੇ ਜਿਹੜੀ ਸਭ ਤੋਂ ਵੱਡੀ ਸੇਵਾ ਇਨਸਾਨ ਜਾਤੀ ਦੀ ਕੀਤੀ ਆ, ਉਹ ਉਸਨੇ ਇਸ ਸਲੀਬ ਦੇ ਉੱਤੇ ਕੀਤੀ ਆ। ਜਿਸ ਲਈ ਉਸਨੇ ਸਲੀਬ ਦੇ ਉੱਤੇ ਆਪਣਾ ਪਵਿੱਤਰ ਖੂਨ ਬਹਾਇਆ। ਔਰ ਉਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਆਪਣੀ ਉਹ ਜਿਹੜਾ ਸੇਵਾ ਦਾ ਜਿਹੜਾ ਕੰਮ ਸੀਗਾ ਉਹ ਪੂਰਾ ਕੀਤਾ, ਔਰ ਉਸਨੇ ਆਪਣੀ ਜਾਨ ਮੁੱਲ ਦੇ ਤੌਰ ਤੇ ਬਹੁਤਿਆਂ ਦੇ ਲਈ ਦਿੱਤੀ। ਸਾਡੇ ਭੈਣ ਔਰ ਸਾਡੀ ਭਰਾ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕੀਤਾ। ਲੋਕ ਕਹਿਣਗੇ, ਅੱਛਾ ਹੁਣ ਤੁਹਾਡੇ ਤਾਂ ਪਾਪ ਮਾਫ ਹੋ ਗਏ, ਤੁਹਾਨੂੰ ਤਾਂ ਇਹਨਾਂ ਚੀਜ਼ਾਂ ਦਾ ਫਿਕਰ ਨਹੀਂ। ਯਸ, ਇਹਨਾਂ ਨੂੰ ਕੋਈ ਫਿਕਰ ਨਹੀਂ, ਇਹਨਾਂ ਦੇ ਪਾਪ ਮਾਫ ਹੋ ਗਏ ਆ। ਕਿਉਂ? ਕਿਉਂਕਿ ਇਹਨਾਂ ਦੇ ਲਈ ਕਿਸੇ ਨੇ ਪਾਪ ਮਾਫ ਕਰਨ ਦੇ ਲਈ ਕੋਈ ਕੰਮ ਕੀਤਾ ਆ। ਉਹ ਆਇਆ ਹੀ ਇਸ ਕਰਕੇ ਆ, ਉਹ ਆਇਆ ਹੀ ਇਸ ਕਰਕੇ ਆ। ਅਗਰ 40 ਸਾਲ ਤੱਕ ਕੋਈ ਬੰਦਾ ਦੁਨਿਆਵੀ ਜ਼ਿੰਦਗੀ ਜੀਂਦਾ, ਦੁਨਿਆਵੀ ਜ਼ਿੰਦਗੀ ਪਾਪਾਂ ਦੇ ਭਰੇ ਦੇ ਨਾਲ ਜੀਂਦਾ, 40 ਸਾਲਾਂ ਤੋਂ ਬਾਅਦ ਸਾਧ ਹੋ ਜਾਵੇ ਤਾਂ ਕੀ ਉਸ ਦੇ ਪਿਛਲੇ 40 ਸਾਲ ਮਾਫ ਹੋ ਜਾਣਗੇ? ਕਿੱਦਾਂ ਮਾਫ ਹੋਣਗੇ? ਕਿਸ ਤਰੀਕੇ ਦੇ ਨਾਲ ਮਾਫ ਹੋਣਗੇ? ਅਗਰ ਇਹਨਾਂ ਉਸਨੇ ਪਿਛਲੀਆਂ 40 ਸਾਲਾਂ ਦੇ ਵਿੱਚ ਕਿਸੇ ਬੰਦੇ ਨੂੰ ਐਸਾ ਧੱਕਾ ਲਾਇਆ ਹੋਏਗਾ ਜਿਸ ਦਾ ਪਰਿਵਾਰ ਅੱਜ ਤੱਕ ਨਹੀਂ ਪੈਰਾਂ ਤੇ ਆਇਆ ਹੋਏਗਾ, ਤੇ ਉਸ ਪਾਪ ਨੂੰ ਕੌਣ ਮਾਫ ਕਰੇਗਾ? ਮੇਰੀ ਗੱਲ ਸਮਝਦੇ ਆ ਮੈਂ ਕੀ ਕਹਿ ਰਿਹਾ? ਉਹਨਾਂ ਪਾਪਾਂ ਨੂੰ ਕੌਣ ਮਾਫ ਕਰੇਗਾ? ਭਗਤੀ? ਨੋ, ਭਗਤੀ ਨਹੀਂ, ਔਰ ਨਾ ਕੋਈ ਸ਼ਕਤੀ। ਪ੍ਰਭੂ ਦਾ ਕੰਮ। ਯਿਸੂ ਕੋਲ ਆਏਗਾ ਤਾਂ ਫਿਰ ਸੱਚੇ ਤੌਰ ਤੇ ਮਾਫ ਹੋਣਗੇ, ਕਿਉਂਕਿ ਯਿਸੂ ਆਇਆ ਹੀ ਇਸ ਕਰਕੇ ਆ। ਬਹੁਤਿਆਂ ਲੋਕਾਂ ਦੇ ਪਾਪਾਂ ਦੀ ਕੀਮਤ ਦੇਣ ਦੇ ਲਈ ਆਇਆ। ਅਸੀਂ ਇਸ ਵਿਚਾਰ ਤੇ ਮੁੜ ਕੇ ਆਵਾਂਗੇ। ਮੇਰੇ ਨਾਲ ਇਸ ਵੇਲੇ ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਯਹੂਨਾ ਦਾ 10ਵਾਂ ਭਾਵ ਕੱਢੋ, ਉਸ ਦੀ 10 ਤੋਂ ਲੈ ਕੇ 15 ਆਇਤ ਤਾਈਂ। ਯਹੂਨਾ ਦਾ 10ਵਾਂ ਭਾਵ ਉਸ ਦੀ 10 ਤੋਂ 15 ਆਇਤ ਤੇ
ਤਾਂ ਹੀ ਅਸੀਂ ਦੇਖਾਂਗੇ। ਔਰ ਪ੍ਰਭੂ ਯਿਸੂ ਮਸੀਹ ਇੱਕ ਬੜੀ ਹੀ ਪਿਆਰੀ ਐਗਜ਼ੈਂਪਲ ਦੇ ਨਾਲ ਸਾਨੂੰ ਬਚਨ ਦਾ ਇਹ ਹਿੱਸਾ ਦੱਸਦੇ ਪਏ ਆ। ਇਸ ਤੋਂ ਪਹਿਲਾਂ ਬੜਾ ਵੱਡਾ ਕੰਮ ਪ੍ਰਭੂ ਯਿਸੂ ਮਸੀਹ ਨੇ ਇੱਕ ਕੀਤਾ ਆ। ਜਿਸ ਲਈ ਅਸੀਂ ਚੈਪਟਰ 8ਵੇਂ ਦੇ ਵਿੱਚ ਆਉਂਦੇ ਹਾਂ ਤਾਂ ਯਿਸੂ ਮਸੀਹ ਦੀ ਲੋਕਾਂ ਦੇ ਨਾਲ ਇੱਕ ਬਹਿਸ ਚੱਲਦੀ ਪਈ ਆ। ਉਹ ਆਪਣੇ ਆਪ ਨੂੰ ਕਹਿ ਰਹੇ ਆ ਕਿ ਅਸੀਂ ਤਾਂ ਮੂਸਾ ਦੇ ਚੇਲੇ ਆ, ਅਸੀਂ ਅਬਰਾਹਮ ਦੀ ਸੰਤਾਨ ਆ, ਅਸੀਂ ਪਰਮੇਸ਼ਵਰ ਦੀ ਸੰਤਾਨ ਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਯੂ ਆਰ ਡੈਵਲਸ ਚਿਲਡਰਨ, ਯੂ ਆਰ ਚਿਲਡਰਨ ਆਫ ਡੈਵਲ। ਤੁਸੀਂ ਸ਼ੈਤਾਨ ਦੀ ਔਲਾਦ ਆ ਔਰ ਤੁਸੀਂ ਉਸੇ ਦੇ ਹੀ ਕੰਮ ਕਰਦੇ ਪਏ ਆ। ਅਗਰ ਤੁਸੀਂ ਸੱਚਮੁੱਚ ਅਬਰਾਹਮ ਦੀ ਔਲਾਦ ਹੁੰਦੇ ਤਾਂ ਸੱਚਮੁੱਚ ਤੁਸੀਂ ਉਹਦੇ ਵਰਗੇ ਕੰਮ ਕਰਦੇ। ਅਗਰ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ। ਤੁਸੀਂ ਮੂਸਾ ਦੀਆਂ ਗੱਲਾਂ ਸੁਣਨ ਵਾਲੇ ਹੁੰਦੇ ਤਾਂ ਤੁਸੀਂ ਮੇਰਾ ਇੰਤਜ਼ਾਰ ਕਰਦੇ। ਤੁਸੀਂ ਕੁਛ ਨਹੀਂ ਕਰਦੇ ਪਏ, ਤੁਸੀਂ ਸ਼ੈਤਾਨ ਦੀ ਔਲਾਦ ਆ। ਪਤਾ ਕਿਹਨਾਂ ਨੂੰ ਕਹਿ ਰਿਹਾ? ਯਹੂਦੀਆਂ ਨੂੰ। ਯਹੂਦੀਆਂ। 9ਵੇਂ ਭਾਵ ਦੇ ਵਿੱਚ ਉਹ ਕਹਿੰਦੇ ਤੂੰ ਸਾਡੇ ਲਈ ਕੀ ਕਰੇਂਗਾ ਤਾਂ ਅਸੀਂ ਜਾਣੀਏ ਕਿ ਤੂੰ ਆਇਆ। 9ਵੇਂ ਭਾਵ ਦੇ ਵਿੱਚ ਅਸੀਂ ਦੇਖਦੇ ਇੱਕ ਅੰਨਾ ਬੈਠਾ ਪਿਆ, ਸਾਰੇ ਮਗਰ ਤੁਰਿਓ ਆ ਹੱਲੇ ਉਹਦੇ। ਉਹ ਸਾਰੇ ਦੇ ਸਾਰੇ ਹੀ ਮਗਰ ਤੁਰਿਓ ਆ ਯਿਸੂ ਦੇ। ਅੰਨਾ ਇੱਕ ਬੈਠਾ ਬਚਪਨ ਤੋਂ ਅੰਨਾ, ਉਸਦੀਆਂ ਅੱਖਾਂ ਦੇ ਵਿੱਚ ਵਿਚਾਰੇ ਦੇ ਡੇਲੇ ਵੀ ਹੈ ਨਹੀਂ ਗਏ। ਪ੍ਰਭੂ ਯਿਸੂ ਮਸੀਹ ਨੇ ਉਸ ਦੇ ਲਈ ਉਸਨੂੰ ਮਿੱਟੀ ਦੀਆਂ 2 ਗੋਲੀਆਂ ਬਣਾਈਆਂ, ਉਹਦੀਆਂ ਅੱਖਾਂ ਦੇ ਵਿੱਚ ਪਾਤੀਆਂ, ਕਹਿੰਦਾ ਜਾ ਧੋ ਲਾ। ਔਰ ਦੇਖਦਾ ਹੋਇਆ ਮੁੜ ਕੇ ਆਇਆ। ਔਰ ਜਿਸ ਵੇਲੇ ਦੇਖਦਾ ਹੋਇਆ ਮੁੜ ਕੇ ਆਇਆ ਤਾਂ ਸਾਰੇ, ਕੋਈ ਉਸ ਨੂੰ ਕਹਿ ਰਿਹਾ ਨਾ ਨਾ ਇਹ ਤਾਂ ਬੰਦਾ ਕੋਈ ਹੋਰ ਆ, ਕੋਈ ਕਹਿ ਰਿਹਾ ਨਾ ਨਾ ਇਹ ਉਹੋ ਹੀ ਆ। ਉਸਦੇ ਮਾਂ-ਬਾਪ ਕਹਿੰਦੇ ਉਹੋ ਹੀ ਅੰਨਾ ਪੈਦਾ ਹੋਇਆ ਸੀ, ਅੰਨਾ ਪੈਦਾ ਹੋਇਆ ਸੀ। ਉਹ ਵੀ ਕਹਿ ਰਿਹਾ ਕਿ ਤੂੰ ਉਸ ਬੰਦੇ ਬਾਰੇ ਕੀ ਕਹਿਣਾ, ਉਹ ਚੰਗਾ ਹੈ ਕਿ ਬੁਰਾ ਆ? ਕਹਿੰਦਾ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਇੰਨਾ ਜਾਣਦਾ, ਮੈਂ ਅੰਨਾ ਸੀ, ਹੁਣ ਦੇਖਦਾ। ਦੱਸ ਜਾਓ ਜੋ ਕਰਨਾ ਕਰ ਲਓ ਮੇਰਾ, ਮੈਂ ਤਾਂ ਇੰਨਾ ਜਾਣਦਾ, ਮੈਂ ਅੰਨਾ ਸੀ, ਹੁਣ ਦੇਖਦਾ। ਇਹ ਸਾਰੀਆਂ ਜਿਸਲੇ ਪ੍ਰਭੂ ਦੇ ਕੰਮ, ਪ੍ਰਭੂ ਦੇ ਸ਼ਬਦ, ਇਹ ਸਾਰੀਆਂ ਚੀਜ਼ਾਂ ਦਾ ਜਿਸਲੇ ਘੇਰਾ ਪੈ ਰਿਹਾ ਤੇ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੂੰ ਇੱਕ ਉਦਾਹਰਨ ਦੇ ਰਹੇ ਆ, ਚਰਵਾਹੇ ਦੀ ਉਦਾਹਰਨ। 10ਵੇਂ ਚੈਪਟਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਉਹਨਾਂ ਹੀ ਲੋਕਾਂ ਨੂੰ ਚਰਵਾਹੇ ਦੀ ਉਦਾਹਰਨ ਦੇ ਰਹੇ ਆ ਜਿਨ੍ਹਾਂ ਦੇ ਨਾਲ 7ਵੇਂ 8ਵੇਂ 9ਵੇਂ ਚੈਪਟਰ 'ਚ ਉਹਨਾਂ ਦੀ ਗੱਲਬਾਤ ਚੱਲਦੀ ਪਈ ਆ। ਔਰ ਉਹਨਾਂ ਨੂੰ ਕਹਿ ਰਿਹਾ ਕਿ ਚੰਗਾ ਚਰਵਾਹਾ ਮੈਂ ਆ। ਔਰ ਜਿਸ ਵੇਲੇ 10ਵੇਂ ਆਇਤ ਦੇ ਵਿੱਚ ਆਉਂਦੇ ਆ ਉਸ ਵੇਲੇ ਪ੍ਰਭੂ ਉਹਨਾਂ ਨੂੰ ਇਹ ਕਹਿੰਦੇ ਪਏ ਆ, ਚੋਰ ਕੇਵਲ ਚੋਰੀ ਕਰਨ ਅਤੇ ਮਾਰਨ ਦੇ ਲਈ ਅਤੇ ਨਾਸ਼ ਕਰਨ ਦੇ ਲਈ ਆਉਂਦਾ ਹੈ, ਮੈਂ ਇਸ ਲਈ ਆਇਆ ਹਾਂ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਬਹੁਲਤਾ ਦੇ ਨਾਲ ਪ੍ਰਾਪਤ ਕਰਨ। ਚੋਰ ਸਿਰਫ ਚੋਰੀ ਕਰਨ ਮਾਰਨ ਦੇ ਲਈ ਆਉਂਦਾ, ਪਰ ਮੈਂ ਇਸ ਕਰਕੇ ਆਇਆ ਕਿ ਤੁਸੀਂ ਜੀਵਨ ਪ੍ਰਾਪਤ ਕਰੋ ਔਰ ਬਹੁਲਤਾ ਦੇ ਨਾਲ, ਬਹੁਤਾਤ ਦੇ ਨਾਲ ਤੁਸੀਂ ਜੀਵਨ ਪ੍ਰਾਪਤ ਕਰੋ। ਔਰ ਇਸਾਂ ਚੀਜ਼ਾਂ ਨੂੰ ਸੁਣ ਕੇ ਜਿਸ ਲਈ ਉਸਨੇ ਪਤਰਸ ਨੂੰ ਕਿਹਾ ਸੀਗਾ ਤੁਸੀਂ ਵੀ ਜਾਣਾ ਚਾਹੁੰਦੇ ਹੋ? ਕਹਿੰਦੇ ਜ਼ਿੰਦਗੀ ਦੀਆਂ ਗੱਲਾਂ ਤਾਂ ਤੇਰੇ ਕੋਲ ਆ, ਅਸੀਂ ਜਾਈਏ ਕਿੱਥੇ? ਮੈਂ ਇਸ ਕਰਕੇ ਆਇਆ ਕਿ ਤੁਸੀਂ ਜੀਵਨ ਪ੍ਰਾਪਤ ਕਰੋ ਔਰ ਬਹੁਲਤਾ ਦੇ ਨਾਲ ਪ੍ਰਾਪਤ ਕਰੋ। ਲਾ ਤੁਹਾਡੇ ਕੋਲ ਪੂਰਾ ਨਹੀਂ ਹੋਣਾ, ਮੈਂ ਇਸ ਲਈ ਤੁਹਾਡੇ ਕੋਲ ਆਇਆ ਕਿ ਲਾ ਨੂੰ ਪੂਰਾ ਕਰਾਂ। ਮੈਂ ਇਸ ਲਈ ਤੁਹਾਡੇ ਕੋਲ ਆਇਆ ਕਿ ਤੁਹਾਡੀ ਸਜ਼ਾ ਨੂੰ, ਤੁਹਾਡੀ ਮੌਤ ਦੀ ਸਜ਼ਾ ਨੂੰ ਮੈਂ ਆਪਣੇ ਉੱਤੇ ਲਵਾਂ। ਮੈਂ ਇਸ ਕਰਕੇ ਆਇਆ ਕਿ ਤੁਸੀਂ ਧਰਮ ਪੂਰਾ, ਮੈਂ ਤੁਹਾਡੇ 'ਚ ਰਹਿ ਕੇ ਧਰਮ ਨੂੰ ਪੂਰਾ ਕਰਾਂ। ਮੈਂ ਇਸ ਕਰਕੇ ਆਇਆ ਕਿ ਤੁਹਾਡਿਆਂ ਪਾਪਾਂ ਦੀ ਸਜ਼ਾ ਜੋ ਹੈ ਉਸ ਨੂੰ ਆਪਣੇ ਉੱਪਰ ਲਵਾਂ। ਔਰ ਇਸੇ ਹੀ ਕਰਕੇ ਮੈਂ ਆਇਆ ਕਿ ਮੈਂ ਤੁਹਾਨੂੰ ਜੀਵਨ ਦੇ ਸਕੂੰਗਾ। ਕਿਸੇ ਗੱਲ ਦੀ ਕੋਈ ਬੁਨਿਆਦ ਵੀ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਆਪਣੇ ਭਰਾ ਦੇ ਨਾਲ ਗੱਲ ਕਰਦਾ ਪਿਆ ਸੀਗਾ ਕਿ ਅਗਰ ਕਿਸੇ ਨੇ ਤੇਰਾ ਘਰ ਖਰੀਦ ਲਿਆ ਤੇ ਉਹ ਅਗਰ ਤੈਨੂੰ ਕੋਈ ਤੇਰੇ ਹੱਥ 'ਚ ਹੀ ਕੁਛ ਨਹੀਂ ਫੜਾ ਕੇ ਗਿਆ ਤੇ ਤੇਰਾ ਘਰ ਵੇਖ ਥੋੜ੍ਹਾ ਗਿਆ। ਪ੍ਰਭੂ ਯਿਸੂ ਆਪਣੇ ਮੂੰਹ ਦੇ ਨਾਲ ਇਹ ਕਹਿ ਰਿਹਾ, ਭਾਈ ਮੇਰੇ, ਮੈਂ ਤਾਂ ਇਹ ਗੱਲ ਨਹੀਂ ਕਹਿ ਰਿਹਾ ਕਿ ਸਾਰੇ ਗ੍ਰੰਥ ਇੱਕੋ ਹੀ ਆ, ਸਾਰੇ ਲੋਕ ਇੱਕੋ ਹੀ ਆ। ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਆਪਣੇ ਲਈ ਕਿਹਾ ਕੀ ਆ ਕਿ ਅਸੀਂ ਐਵੇਂ ਥੋਪਦੇ ਪਏ ਹਾਂ ਕਿ ਉਹਨੇ ਵੀ ਇਹ ਕਿਹਾ ਸੀਗਾ।
ਔਰ ਇਹਦੇ ਨਾਲ ਅਸੀਂ ਉਸ ਇਨਸਾਨ ਨੂੰ ਵੀ ਝੂਠਾ ਬਣਾਉਂਦੇ ਪਏ ਹਾਂ, ਆਪਣੇ ਆਪ ਨੂੰ ਵੀ ਝੂਠਾ ਬਣਾਉਂਦੇ ਪਏ ਹਾਂ। ਅਸੀਂ ਦੋ ਝੂਠ ਬੋਲਦੇ ਪਏ ਹਾਂ, ਕਿਉਂਕਿ ਸਭ ਤੋਂ ਪਹਿਲਾਂ ਉਸ ਇਨਸਾਨ ਨੇ, ਉਸ ਗੁਰੂ ਨੇ, ਉਸ ਪੀਰ ਨੇ, ਉਸ ਨਬੀ ਨੇ ਆਪਣੇ ਲਈ ਇਹ ਚੀਜ਼ ਕਹੀ ਨਹੀਂ। ਔਰ ਦੂਸਰਾ ਅਸੀਂ ਕਹਿੰਦੇ ਪਏ ਕਿ ਨਾ ਜੀ ਉਹਨਾਂ ਨੇ ਵੀ ਇਹ ਕਿਹਾ। ਦੋ ਝੂਠ ਹੋ ਗਏ। ਅਸੀਂ ਦੋ ਝੂਠਾਂ ਦੇ ਪਾਪ ਦੇ ਥੱਲੇ ਆ, ਜਿਹਦੀ ਅਸੀਂ ਕੀਮਤ ਸਵੀਕਾਰ ਕਰਨ ਨੂੰ ਤਿਆਰ ਨਹੀਂ। ਔਰ ਉਹ ਪਾਪ ਸਾਡੇ ਤੇ ਬਣਿਆ ਕਿਉਂਕਿ ਅਸੀਂ ਉਸ ਪਾਪ ਨੂੰ ਆਪਣੇ ਆਪ ਤੋਂ ਬਚਾਇਆ ਨਹੀਂ। ਯਿਸੂ ਕਹਿੰਦਾ ਮੈਂ ਤੁਹਾਨੂੰ ਜ਼ਿੰਦਗੀ ਦੇਣ ਦੇ ਲਈ ਆਇਆ। ਔਰ ਜਿਸ ਤਰ੍ਹਾਂ ਇੱਕ ਚਰਵਾਹਾ ਆਪਣੀਆਂ ਭੇਡਾਂ ਦੀ ਰਾਖੀ ਕਰਦਾ, ਉਹਦੀ ਜ਼ਿੰਦਗੀ ਨੂੰ ਵਧਾਉਂਦਾ, ਇਸੇ ਤਰ੍ਹਾਂ ਮੈਂ ਤੁਹਾਡੀ ਜ਼ਿੰਦਗੀ ਦੀ ਬਹੁਲਤਾ ਦੇ ਵਿੱਚ ਦੇਣ ਆਇਆ। ਮੈਂ ਤੁਹਾਡੀ ਜ਼ਿੰਦਗੀ ਨੂੰ ਬਹੁਤਾਤ ਦੇ ਵਿੱਚ ਦੇਣ ਆਇਆ। ਜਿਸ ਲਈ ਅਸੀਂ ਅੱਗੇ ਜਾਂਦੇ ਹਾਂ ਤੇ ਉਹ ਕਿੱਦਾਂ ਦੇ ਲੋਕਾਂ ਨੂੰ ਪ੍ਰਭੂ ਯਿਸੂ ਜ਼ਿੰਦਗੀ ਦਿੰਦਾ। ਜਿਸ ਵੇਲੇ ਅਸੀਂ ਲੂਕਾ ਦੀ ਪੁਸਤਕ ਦੇ ਮੱਤੀ ਦੇ ਵਿੱਚ 9ਵੇਂ ਭਾਵ ਦੇ ਵਿੱਚ, ਪਿੱਛੇ ਆ ਜਾਓ ਮੇਰੇ ਨਾਲ, ਮੱਤੀ ਦਾ 9ਵਾਂ ਭਾਵ, ਔਰ ਇਸ ਦੇ ਵਿੱਚ ਇੱਕ ਬੜਾ ਅਜੀਬ ਕੰਮ ਹੋ ਰਿਹਾ ਕਿ ਪ੍ਰਭੂ ਯਿਸੂ ਜਿਸ ਵੇਲੇ ਇਸ ਇਲਾਕੇ ਦੇ ਵਿੱਚ ਆਏ ਆ ਤਾਂ ਇਸ ਇਲਾਕੇ ਦੇ ਵਿੱਚ ਇੱਕ ਅਧਰੰਗੀ ਨੂੰ ਮੰਜੀ ਤੇ ਪਾ ਕੇ ਲੋਕ ਲੈ ਕੇ ਆਏ ਆ। ਔਰ ਉਹਨਾਂ ਨੇ ਉਸ ਨੂੰ ਪ੍ਰਭੂ ਯਿਸੂ ਮਸੀਹ ਦੇ ਅੱਗੇ ਰੱਖਿਆ। ਔਰ ਪ੍ਰਭੂ ਯਿਸੂ ਮਸੀਹ, ਜਿਸ ਲਈ ਅਸੀਂ ਦੇਖਦੇ ਹਾਂ ਕਿ ਯਿਸੂ ਬੇੜੀ ਦੇ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਆਪਣੇ ਨਗਰ ਦੇ ਵਿੱਚ ਆ ਗਏ, ਯਾਨੀ ਕਿ ਨਾਸਰਤ ਦੇ ਇਲਾਕੇ ਦੇ ਵਿੱਚ। ਉੱਥੇ ਕੁਝ ਲੋਕੀ ਇੱਕ ਦਰੰਗੀ ਨੂੰ ਮੰਜੀ ਦੇ ਉੱਤੇ ਪਾ ਕੇ ਉਸਦੇ ਕੋਲ ਲੈ ਕੇ ਆਏ। ਯਿਸੂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਦੇਖ ਕੇ ਉਸ ਦਰੰਗੀ ਨੂੰ ਕਿਹਾ, ਧੀਰਜ ਰੱਖ ਮੇਰੇ ਬੱਚੇ, ਤੇਰੇ ਪਾਪ ਮਾਫ ਹੋਏ। ਦੈਟਸ ਬੜੀ ਅਜੀਬ ਚੀਜ਼ ਆ। ਉਹ ਤਾਂ ਬੰਦਾ ਅਧਰੰਗੀ ਆ, ਉਹਨੂੰ ਪਾਪਾਂ ਦੇ ਨਾਲ ਕੀ? ਉਹ ਤਾਂ ਕੁਛ ਹੋਰ ਆਸ ਲੈ ਕੇ ਆਇਆ ਯਿਸੂ ਦੇ ਕੋਲ। ਪਰ ਪ੍ਰਭੂ ਉਹਦੇ ਲਈ ਨਹੀਂ ਕਹਿ ਰਿਹਾ ਸੀ। ਯਿਸੂ ਨੇ ਇਹ ਚੀਜ਼ ਉਹਦੇ ਅਧਰੰਗੀ ਦੇ ਲਈ ਨਹੀਂ ਕਹੀ, ਉਸਨੇ ਉਹ ਆਲੇ ਦੁਆਲੇ ਦੇ ਲੋਕਾਂ ਦੇ ਲਈ ਕਹੀ। ਕਹਿੰਦਾ ਇਹ ਸੁਣ ਕੇ ਕੁਝ ਧਰਮ ਗ੍ਰੰਥੀ ਆਪੋ ਵਿੱਚ ਕਹਿਣ ਲੱਗੇ, ਇਹ ਪਰਮੇਸ਼ਵਰ ਦੀ ਨਿੰਦਾ ਕਰਦਾ ਹੈ। ਉਹਨਾਂ ਦੀਆਂ ਇਹਨਾਂ ਸੋਚਾਂ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਦੇ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ? ਸੌਖਾ ਕੀ ਹੈ, ਇਹ ਕਹਿਣਾ ਕਿ ਤੇਰੇ ਪਾਪ ਮਾਫ ਹੋ ਗਏ ਹਨ, ਜਾਂ ਇਹ ਕਹਿਣਾ ਉੱਠ ਅਤੇ ਚੱਲ ਫਿਰ? ਪਰ ਤੁਸੀਂ ਇਹ ਜਾਣ ਜਾਓ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਤੇ ਪਾਪ ਮਾਫ ਕਰਨ ਦਾ ਅਧਿਕਾਰ ਵੀ ਹੈ। ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, ਉੱਠ, ਆਪਣਾ ਮੰਜਾ ਚੁੱਕ ਅਤੇ ਆਪਣੇ ਘਰ ਨੂੰ ਜਾ। ਉਹ ਆਦਮੀ ਉਸੇ ਵੇਲੇ ਉੱਠਿਆ ਅਤੇ ਆਪਣੇ ਘਰ ਨੂੰ ਚਲਾ ਗਿਆ। ਪਰ ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਹ ਡਰ ਗਏ। ਉਹ ਸਭ ਪਰਮੇਸ਼ਵਰ ਦੇ ਆਦਮੀਆਂ ਨੂੰ ਇਹੋ ਜਿਹਾ ਅਧਿਕਾਰ ਦੇਣ ਦੇ ਲਈ ਵਡਿਆਈ ਕਰਨ ਲੱਗੇ। ਉੱਠ, ਆਪਣਾ ਮੰਜਾ ਚੁੱਕ ਤੇ ਘਰ ਨੂੰ ਜਾ। ਇਹ ਅਧਿਕਾਰ। ਲੇਕਿਨ ਇੱਥੇ ਗੱਲ ਨਹੀਂ ਇਹ ਮੁੱਕਦੀ ਪਈ। ਯਿਸੂ ਉਸ ਥਾਂ ਤੋਂ ਚੱਲ ਪਏ। ਜਦੋਂ ਉਹ ਜਾ ਰਹੇ ਸਨ ਤਾਂ ਉਹਨਾਂ ਨੇ ਮੱਤੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਆਪਣੇ ਦਫ਼ਤਰ ਦੇ ਵਿੱਚ ਬੈਠੇ ਦੇਖਿਆ। ਯਿਸੂ ਨੇ ਉਸ ਨੂੰ ਕਿਹਾ, ਮੇਰੇ ਪਿੱਛੇ ਚੱਲ। ਮੱਤੀ ਇਹ ਸੁਣ ਕੇ ਉੱਠਿਆ ਅਤੇ ਉਹਨਾਂ ਦਾ ਚੇਲਾ ਬਣ ਗਿਆ। ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਦੇ ਲਈ ਬੈਠੇ ਤਾਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਬੈਠੇ। ਹੁਣ ਦੇਖੋ ਧਰਮੀ ਲੋਕਾਂ ਦਾ ਹਾਲ। ਅਤੇ ਪਰ ਕੁਝ ਫਰੀਸੀਆਂ ਨੇ ਇਹ ਦੇਖ ਕੇ ਯਿਸੂ ਦੇ ਚੇਲਿਆਂ ਨੂੰ ਕਿਹਾ, ਤੁਹਾਡਾ ਗੁਰੂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਬੈਠ ਕੇ ਕਿਉਂ ਖਾਂਦਾ ਪੀਂਦਾ ਹੈ? ਯਿਸੂ ਨੇ ਇਹ ਸੁਣ ਕੇ ਉੱਤਰ ਦਿੱਤਾ, ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਹੈ, ਪਰ ਰੋਗੀਆਂ ਨੂੰ ਹੈ।
ਜਾਓ, ਇਸ ਦਾ ਅਰਥ ਸਮਝੋ। ਮੈਂ ਕੁਰਬਾਨੀ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ। ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਸੱਦਣ ਦੇ ਲਈ ਆਇਆ। ਪਰਮੇਸ਼ਵਰ ਖੁਦ, ਅਗਰ ਅਸੀਂ ਇਸ ਸੀਰੀਜ਼ ਨੂੰ ਦਾ ਸ਼ੁਰੂ ਦੇਖੀਏ, ਜੋ ਅਸੀਂ ਸ਼ੁਰੂ ਦੇ ਵਿੱਚ ਮੈਸੇजेस ਦੇਖੇ ਸੀਗੇ, ਤਾਂ ਪਹਿਲਾਂ ਅਸੀਂ ਮੈਸੇਜ ਇਹ ਦੇਖਿਆ ਸੀ ਕਿ ਕਰਤਾ ਪੁਰਖ ਕੁਦਰਤ ਬਣ ਕੇ ਇਸ ਧਰਤੀ ਦੇ ਉੱਤੇ ਆਇਆ। ਕਰਤਾ ਪੁਰਖ, creator became creation, now he is on the earth and he is sitting with the sinners. ਕਰਤਾ ਪੁਰਖ ਕੁਦਰਤ ਬਣ ਕੇ ਧਰਤੀ ਤੇ ਆ ਕੇ ਪਾਪੀਆਂ ਦੇ ਨਾਲ ਬੈਠਾ ਆ। ਉਹ ਪਾਪੀਆਂ ਨੂੰ ਆਪਣੇ ਤੋਂ ਦੂਰ ਨਹੀਂ ਕਰਦਾ ਕਿ ਮੇਰੇ ਤੋਂ ਦੂਰ ਹੋ ਜਾਓ। ਔਰ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਵਿੱਚ ਬੈਠਾ। ਔਰ ਤੁਸੀਂ ਇੱਕ ਚੀਜ਼ ਧਿਆਨ ਦੇ ਨਾਲ ਦੇਖੋ, ਧਰਮੀ ਲੋਕ ਦੂਰੋਂ ਬੈਠੇ ਸੜਦੇ ਪਏ ਆ ਕਿ ਇਹ ਇਹਨਾਂ ਦੇ ਨਾਲ ਕਿਉਂ ਬੈਠਾ ਆ। ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਉਣ ਦਾ ਚੌਥਾ ਕਾਰਨ ਇੱਥੇ ਦੱਸਿਆ ਆ। ਚੌਥਾ ਕਾਰਨ ਉਸਨੇ ਇਹ ਦੱਸਿਆ ਕਿ ਮੈਂ ਪਾਪੀਆਂ ਨੂੰ ਸੱਦਣ, ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਸੱਦਣ ਦੇ ਲਈ ਆਇਆ ਹਾਂ। ਮੈਂ ਪਾਪੀਆਂ ਨੂੰ ਨਵਾਂ ਜੀਵਨ ਦੇਣ ਦੇ ਲਈ ਆਇਆ। ਮੈਂ ਇਸੇ ਕਰਕੇ ਇਸ ਧਰਤੀ ਦੇ ਉੱਤੇ ਆਇਆ। ਮੈਂ ਇਸ ਧਰਤੀ ਦੇ ਉੱਤੇ ਆਇਆ। ਸਭ ਤੋਂ ਪਹਿਲਾਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਜਿਹੜੇ ਵੀ ਵਚਨ ਦੇ ਹਿੱਸੇ ਦਿੱਤੇ ਆ, ਮੱਤੀ ਦੇ ਵਿੱਚ ਹੀ ਉਸਨੇ ਦੱਸਿਆ ਕਿ ਮੈਂ ਧਰਮ ਨੂੰ ਤੁਹਾਡੇ ਲਈ ਪੂਰਾ ਕਰਨ ਦੇ ਲਈ ਆਇਆ। ਫਿਰ ਸਾਨੂੰ ਉਸਨੇ ਵਚਨ ਦੇ ਵਿੱਚ ਅਸੀਂ ਇਹ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਪਾਪ ਦੇ ਲਈ, ਪਾਪ ਦਾ ਮੁੱਲ ਕੀਮਤ ਦੇਣ ਦੇ ਲਈ ਇਸ ਧਰਤੀ ਦੇ ਉੱਤੇ ਉਹ ਆਇਆ। ਔਰ ਅਸੀਂ ਦੇਖਦੇ ਪਏ ਹਾਂ ਕਿ ਉਹ ਪਾਪੀਆਂ ਨੂੰ ਆਪਣੇ ਕੋਲ ਸੱਦਣ ਦੇ ਲਈ ਆਇਆ ਔਰ ਉਹਨਾਂ ਨੂੰ ਮੁਕਤੀ ਦੇਣ ਦੇ ਲਈ ਆਇਆ। ਇਹ ਪ੍ਰਭੂ ਯਿਸੂ ਮਸੀਹ ਕਰਨ ਆਇਆ। ਜਿਸ ਵੇਲੇ ਅਸੀਂ ਪੰਜਵਾਂ ਹਿੱਸਾ ਇਸ ਦਾ ਦੇਖਾਂਗੇ ਕਿ ਔਰ ਉਸ ਦੇ ਨਾਲ ਅਸੀਂ ਫਿਰ ਕਨਕਲੂਡ ਕਰਾਂਗੇ ਸਾਰੀ ਥਾਟ ਨੂੰ। 15ਵਾਂ ਯਹੂਨਾ ਦਾ 15ਵਾਂ ਭਾਵ ਮੇਰੇ ਨਾਲ ਕੱਢੋ। ਯਹੂਨਾ ਦਾ 15ਵਾਂ ਭਾਵ ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ ਤਾਂ ਉਸ ਦਾ 194 ਪੰਨਾ, ਨਵੀਆਂ ਬਾਈਬਲਾਂ ਦਾ 194 ਪੰਨਾ। ਔਰ ਇਸ ਦੇ ਵਿੱਚ ਇਹ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਬੜੀ ਪਿਆਰੀ ਉਦਾਹਰਨ ਫਿਰ ਦਿੱਤੀ ਹੈ। ਮੈਂ ਇਸ ਨੂੰ 15ਵੇਂ ਨੂੰ ਸ਼ੁਰੂ ਤੋਂ ਹੀ ਪੜ੍ਹੂੰਗਾ, ਮੇਰੇ ਨਾਲ ਇਸ ਨੂੰ ਫੋਲੋ ਕਰੋ ਔਰ ਫਿਰ ਇਸ ਦੇ ਨਾਲ ਅਸੀਂ ਆਪਣਾ ਅੱਜ ਦਾ ਦਿਨ ਕਨਕਲੂਡ ਕਰਾਂਗੇ। ਯਿਸੂ ਨੇ ਕਿਹਾ, ਮੈਂ ਅੰਗੂਰ ਦੀ ਅਸਲੀ ਵੇਲ ਹਾਂ ਅਤੇ ਮੇਰਾ ਪਿਤਾ ਮਾਲੀ ਹੈ। ਹਰ ਟਾਹਣੀ ਜਿਹੜੀ ਫਲ ਨਹੀਂ ਦਿੰਦੀ ਉਸ ਨੂੰ ਕੱਟ ਦਿੰਦਾ ਹੈ, ਜਿਹੜੀ ਫਲ ਦਿੰਦੀ ਹੈ ਉਸ ਨੂੰ ਛਾਂਟਦਾ ਹੈ ਕਿ ਉਹ ਹੋਰ ਜ਼ਿਆਦਾ ਫਲ ਦੇਵੇ। ਤੁਸੀਂ ਵੀ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ। ਮੇਰੇ ਵਿੱਚ ਰਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ। ਜਿਸ ਤਰ੍ਹਾਂ ਟਾਹਣੀ ਜੇਕਰ ਵੇਲ ਦੇ ਵਿੱਚ ਨਾ ਰਹੇ ਤਾਂ ਉਹ ਫਲ ਨਹੀਂ ਦਿੰਦੀ, ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਰਹੋਗੇ ਤਾਂ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਾਹਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਉਹ ਬਹੁਤਾ ਫਲ ਦਿੰਦਾ ਹੈ। ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਾਹਣੀ ਤਾਂ ਸੁੱਕੀ ਟਾਹਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ। ਫਿਰ ਲੋਕੀ ਸੁੱਕੀਆਂ ਟਾਹਣੀਆਂ ਨੂੰ ਇਕੱਠਿਆਂ ਕਰਕੇ ਅੱਗ ਦੇ ਵਿੱਚ ਝੋਂਕ ਦਿੰਦੇ ਹਨ ਅਤੇ ਉਸ ਨੂੰ ਸੁਆਹ ਕਰ ਦਿੰਦੇ ਹਨ। ਜੇਕਰ ਤੁਸੀਂ ਮੇਰੇ ਵਿੱਚ ਰਹੋਗੇ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣਗੇ ਤਾਂ ਤੁਸੀਂ ਜੋ ਕੁਝ ਵੀ ਚਾਹੋ ਅਤੇ ਮੰਗੋ ਅਤੇ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੀ ਹੈ ਕਿ ਤੁਸੀਂ ਬਹੁਤਾ ਫਲ ਦੇਵੋ। ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਬਣ ਜਾਵੋ। ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਪਿਆਰ ਦੇ ਵਿੱਚ ਬਣੇ ਰਹੋ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਨੂੰ ਮੰਨੋਗੇ ਅਤੇ ਤੁਸੀਂ ਮੇਰੇ ਪਿਆਰ ਦੇ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੀਆਂ ਆਗਿਆਵਾਂ ਨੂੰ ਮੰਨਦਾ ਹਾਂ ਅਤੇ ਉਸ ਦੇ ਪਿਆਰ ਦੇ ਵਿੱਚ ਬਣਿਆ ਰਹਿੰਦਾ ਹਾਂ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਪਰਿਪੂਰਨ ਹੋ ਜਾਵੇ।
ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆਪਣੇ ਸ਼ਾਗਿਰਦ ਨਹੀਂ ਬਣਾਇਆ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕੋਈ ਆਪਣੇ ਦਾਸ ਨਹੀਂ ਬਣਾਇਆ। ਜਿਸ ਵੇਲੇ ਵੀ ਕੋਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਇਆ ਤੇ ਜਿਸ ਤਰ੍ਹਾਂ ਤਣਾ ਹੁੰਦਾ, ਤਣੇ ਦੇ ਵਿੱਚ ਟਾਹਣੀ ਲਾ ਲਈ ਜਾਂਦੀ ਆ, ਉਸਨੇ ਟਾਹਣੀ ਦੀ ਤਰ੍ਹਾਂ ਸਾਨੂੰ ਆਪਣੇ ਵਿੱਚ ਲਾ ਲਿਆ। ਜਿਹੜਾ ਉਸਨੇ ਆਪਣਾ ਰਸ ਉਹ ਸਾਨੂੰ ਦਏ। ਸੋ ਉਹ ਕਿਉਂ ਆਇਆ? ਉਹ ਕਿਉਂ ਇਸ ਧਰਤੀ 'ਚ ਆ ਕੇ ਉਸਨੇ ਆਪਣੀ ਜੜ ਲਾਈ? ਤਾਂ ਕਿ ਅਸੀਂ ਟਾਹਣੀਆਂ ਦੀ ਤਰ੍ਹਾਂ ਉਸ ਦੇ ਵਿੱਚ ਲੱਗ ਜਾਈਏ। ਦੇਖੋ, ਧਰਮ ਜਿਹੜਾ ਅਸੀਂ ਰੱਖ ਨਹੀਂ ਸਕਦੇ ਸੀ, ਉਹ ਪੂਰਾ ਕਰਨ ਆਇਆ। ਧਰਮ ਅਸੀਂ ਰੱਖ ਨਹੀਂ ਸਕਦੇ ਸੀ, ਉਹ ਪੂਰਾ ਕਰਨ ਆਇਆ। ਕੀਮਤ ਜਿਹੜੀ ਅਸੀਂ ਦੇ ਨਹੀਂ ਸੀ ਸਕਦੇ, ਉਹ ਕੀਮਤ ਦੇਣ ਦੇ ਲਈ ਆਇਆ। ਸਾਡੇ ਵਰਗੇ ਪਾਪੀ ਜਿਨ੍ਹਾਂ ਨੂੰ ਕਿਸੇ ਨੇ ਬੁਲਾਉਣਾ ਨਹੀਂ ਸੀ, ਉਹਨਾਂ ਨੂੰ ਬੁਲਾਉਣ ਆਇਆ। ਜ਼ਿੰਦਗੀ ਦੇ ਬਾਰੇ ਅਸੀਂ ਕਦੀ ਸੋਚਣਾ ਵੀ ਨਹੀਂ ਸੀ, ਸਾਨੂੰ ਉਹ ਜ਼ਿੰਦਗੀ ਦੇਣ ਦੇ ਲਈ ਆਇਆ। ਔਰ ਆਨੰਦ, ਆਨੰਦ, ਅਸੀਂ ਤਾਂ ਖੁਸ਼ੀ ਵੀ ਨਹੀਂ ਜਾਣਦੇ, ਆਨੰਦ ਕਿਸ ਚੀਜ਼ ਨੂੰ ਜਾਣੀਏ। ਆਨੰਦ, ਆਪਣਾ ਆਨੰਦ ਸਾਨੂੰ ਦੇਣ ਦੇ ਲਈ ਆਇਆ। ਔਰ ਇਸ ਕਰਕੇ ਮੈਂ ਖੁਸ਼ੀ ਮਨਾਉਣਾ, ਇਸ ਕਰਕੇ ਮੈਂ ਕ੍ਰਿਸਮਸ ਮਨਾਉਣਾ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਆਉਣ ਦਾ ਕਾਰਨ, ਉਹ ਇੱਕ ਨਵਾਂ ਧਰਮ ਸ਼ੁਰੂ ਕਰਨ ਨਹੀਂ ਆਇਆ, ਪਰ ਇੱਕ ਐਸਾ ਕਰਮ ਕਰਨ ਦੇ ਲਈ ਆਇਆ ਜਿਸ ਦੇ ਨਾਲ ਉਸਨੇ ਮੈਨੂੰ ਨਵਾਂ ਬਣਾ ਦਿੱਤਾ ਔਰ ਬਣਾ ਰਿਹਾ, ਜਿਸ ਨੇ ਤੁਹਾਨੂੰ ਨਵਾਂ ਦਿਨ ਬਾ ਦਿਨ ਬਣਾ ਰਿਹਾ ਔਰ ਬਣਾ ਦਿੱਤਾ। ਇਸ ਯਿਸੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਓ। ਜਿੱਦਾਂ ਦੀ ਮਰਜ਼ੀ ਹਾਲਤ ਦੇ ਵਿੱਚ ਬੈਠੇ ਹੋ, ਉਸ ਨੂੰ ਆਪਣੀ ਜ਼ਿੰਦਗੀ 'ਚ ਲਾਓ। ਇਹ ਨਾ ਸੋਚੋ ਕਿ ਮੈਂ ਠੀਕ ਹੋ ਕੇ ਯਿਸੂ ਨੂੰ ਆਪਣੀ ਜ਼ਿੰਦਗੀ 'ਚ ਲਾਊਂਗਾ। ਠੀਕ ਜਿਸਲੇ ਹੋ ਗਏ ਤਾਂ ਫਿਰ ਤੁਸੀਂ ਉਸ ਕਰਾਊਡ ਦੇ ਵਿੱਚ ਖੜੇ ਹੋਣਾ ਜਿਨ੍ਹਾਂ ਵਿੱਚ ਫਰੀਸੀ ਤੇ ਸਦੂਕੀ ਖੜੇ ਆ, ਔਰ ਉਹਨਾਂ ਲੋਕਾਂ ਨੂੰ ਕਹਿ ਰਿਹਾ ਤੂੰ ਕਿੱਦਾਂ ਪ੍ਰਭੂ ਦੇ ਕੋਲ ਜਾ ਸਕਦਾ, ਇਹ ਤੇਰੇ ਕੋਲ, ਤੂੰ ਇਹਨਾਂ ਇਹਦੇ ਲਾਗੇ ਕਿੱਦਾਂ ਬੈਠ ਸਕਦਾ। ਬਲਕਿ ਜਿਸ ਹਾਲਤ ਦੇ ਵਿੱਚ ਵੀ ਆ, ਉਸ ਹਾਲਤ ਦੇ ਵਿੱਚ ਆਪਣੇ ਆਪ ਨੂੰ ਪ੍ਰਭੂ ਦੀਆਂ ਹੱਥਾਂ ਦੇ ਵਿੱਚ ਦੇ ਦਿਓ, ਔਰ ਫਿਰ ਬਾਕੀ ਦਾ ਕੰਮ ਉਹਦਾ ਆਇਆ, ਕਿਉਂਕਿ ਉਹ ਬਾਕੀ ਦੇ ਕੰਮ ਇਸ ਧਰਤੀ ਤੇ ਕਰਨ ਦੇ ਲਈ ਆਇਆ। ਆਮੇਨ। ਆਓ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੀਆਂ ਹੱਥਾਂ 'ਚ ਦੇਈਏ। ਗੀਤ ਗਾਉਂਗੇ ਇੱਕ। ਖੁਦਾਵੰਦ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਤੇਰੀਆਂ ਬਰਕਤਾਂ ਦੇ ਲਈ, ਤੇਰੇ ਪਿਆਰ ਦੇ ਲਈ, ਤੇਰੇ ਰਹਿਮ ਦੇ ਲਈ। ਤੂੰ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਔਰ ਸਾਨੂੰ ਦਿਖਾਇਆ ਪ੍ਰਭੂ ਯਿਸੂ ਕਿ ਤੂੰ ਸਾਡੇ ਲਈ ਆਇਆ, ਤੂੰ ਇੱਕ ਪਾਪੀ ਦੇ ਲਈ ਆਇਆ, ਤੂੰ ਕੀਮਤ ਦੇਣ ਦੇ ਲਈ ਆਇਆ, ਤੂੰ ਸਾਨੂੰ ਬਚਾਉਣ ਦੇ ਲਈ ਆਇਆ ਔਰ ਸਾਨੂੰ ਬਣਾਉਣ ਦੇ ਲਈ ਆਇਆ। ਤੇਰਾ ਸ਼ੁਕਰ ਕਰਦੇ ਹਾਂ ਇਹਨਾਂ ਹਿੱਸਿਆਂ ਦੇ ਲਈ ਔਰ ਤੇਰੇ ਆਉਣ ਦੇ ਕਾਰਨ ਦੇ ਲਈ। ਸਾਡੀ ਖੁਸ਼ੀ ਨੂੰ ਵਧਾ ਕਿ ਅਸੀਂ ਇਸ ਖੁਸ਼ੀ ਦੇ ਨਾਲ ਇਸ ਵੱਡੇ ਦਿਹਾੜੇ ਨੂੰ ਮਨਾ ਸਕੀਏ। ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਸਾਰੀ ਸੰਗਤ ਕਹੇ ਆਮੀਨ।